ਤਾਂ ਅੱਜ ਚਰਚਾ ਇਸ ਦੇ ਉੱਤੇ ਹੀ, ਕਿਉਂਕਿ ਰਿਪੋਰਟਸ ਦਾ ਜ਼ਿਕਰ ਹੋ ਰਿਹਾ, ਰਿਪੋਰਟਸ ਖੁੱਲੇਗੀ, ਐਕਸ਼ਨ ਹੋਏਗਾ, ਤਾਂ ਸਿੱਧਾ ਜਿਹਾ ਮਤਲਬ ਕੀ ਹੈ? ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਮੱਥੇ ਦੇ ਉੱਤੇ ਉੜਦਾ ਪੰਜਾਬ ਵਰਗਾ ਕਲੰਕ ਲੱਗਿਆ। ਮੈਂ ਇਸ ਕਰਕੇ ਵੀ ਜ਼ਿਕਰ ਕਰ ਰਿਹਾ ਕਿਉਂਕਿ ਨਸ਼ਾ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਫੈਲਿਆ ਔਰ ਪਿਛਲੇ ਕੁਝ ਸਾਲਾਂ ਦੇ ਵਿੱਚ, ਜਾਂ ਕਹੀਏ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਬਹੁਤ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਅਸੀਂ ਸੁਣੀਆਂ ਨੇ, ਤੁਹਾਡੇ ਸਾਹਮਣੇ ਰੱਖੀਆਂ ਨੇ, ਤੁਸੀਂ ਵੀ ਆਪਣੇ ਆਲੇ ਦੁਆਲੇ ਜ਼ਰੂਰ ਸੁਣੀਆਂ ਹੋਣਗੀਆਂ। ਅੱਜ ਚਰਚਾ ਇਸ ਕਰਕੇ ਇਸ ਦੇ ਉੱਤੇ ਹੋਵੇਗੀ। ਲੋਕ ਜਾਣਨਾ ਚਾਹੁੰਦੇ ਨੇ ਐਕਸ਼ਨ ਕੀ ਅਤੇ ਕਦੋਂ ਅਤੇ ਕਿਹਨਾਂ ਦੇ ਉੱਤੇ। ਇਹ ਸਾਨੂੰ ਦੱਸੋ, ਇਹ ਪੰਜਾਬ ਦੇ ਲੋਕ, ਜਿਹੜੇ ਲੋਕ ਨਸ਼ੇ ਦੇ ਨਾਲ ਪ੍ਰਭਾਵਿਤ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਦਿੱਕਤ ਹੋਈ ਹੈ, ਜਿਨ੍ਹਾਂ ਦਾ ਪੁੱਤ ਚਲਿਆ ਗਿਆ ਜਾਂ ਪਰਿਵਾਰ ਦਾ ਕੋਈ ਜੀ ਚਲਾ ਗਿਆ, ਅੱਜ ਉਹ ਵੀ ਸਰਕਾਰ ਦੇ ਨੁਮਾਇੰਦਿਆਂ ਤੋਂ ਸੁਣਨਾ ਚਾਹੁੰਦਾ ਹੋਏਗਾ ਕਿ ਤੁਸੀਂ ਐਕਸ਼ਨ ਕੀ ਲੈਣ ਜਾ ਰਹੇ ਹੋ, ਐਕਸ਼ਨ ਕਦੋਂ ਲੈਣ ਜਾ ਰਹੇ ਹੋ ਤੇ ਐਕਸ਼ਨ ਹੋਵੇਗਾ ਕਿਹਨਾਂ ਦੇ ਉੱਤੇ। ਉਹਨਾਂ ਦੇ ਨਾਮ ਤਾਂ ਦੱਸ ਦਿਓ ਘੱਟੋ ਘੱਟ, ਰਿਪੋਰਟਾਂ ਦੇ ਅੰਦਰ ਹੈ ਕੀ, ਲੋਕਾਂ ਨੂੰ ਪਤਾ ਲੱਗ ਸਕੇ। ਚਰਚਾ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ ਸਕਾਈਪ ਦੇ ਜ਼ਰੀਏ ਨੇ। ਬਹੁਤ ਬਹੁਤ ਸਵਾਗਤ ਹੈ ਕੰਗ ਸਾਹਿਬ। ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ। ਖੜਿਆਲ ਸਾਹਿਬ ਸਵਾਗਤ ਹੈ। ਸਾਡੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਤੇ ਇਸ ਦੇ ਨਾਲ ਹੀ ਸਾਡੇ ਨਾਲ ਐਸ ਚੰਨੀ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਕੰਗ ਸਾਹਿਬ ਤੁਹਾਡੇ ਤੋਂ। ਪੰਜਾਬ ਦੇ ਲੋਕ ਬਹੁਤ ਸਿੱਧਾ ਜਿਹਾ ਸਵਾਲ ਪੁੱਛ ਰਹੇ ਨੇ, ਉਹਨਾਂ ਨੂੰ ਵਧੀਆ ਲੱਗ ਰਿਹਾ ਕਿ ਸੀਐਮ ਕਹਿ ਰਹੇ ਨੇ ਕਿ ਡਰੱਗ ਮਾਮਲੇ 'ਚ ਐਕਸ਼ਨ ਕਰਨ ਜਾ ਰਹੇ ਹਾਂ, ਰਿਪੋਰਟ ਖੋਲਾਂਗੇ, ਜੋ ਹੋਏਗਾ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ। ਲੋਕਾਂ ਨੂੰ ਵਧੀਆ ਲੱਗ ਰਿਹਾ ਹੈ, ਪਰ ਲੋਕ ਜਾਣਨਾ ਚਾਹੁੰਦੇ ਨੇ ਕਿ ਐਕਸ਼ਨ ਕਦੋਂ। ਸਿਰਫ ਬਿਆਨਾਂ ਤੱਕ ਗੱਲ ਨਹੀਂ, ਐਕਸ਼ਨ ਕਦੋਂ ਔਰ ਕਿਵੇਂ ਹੋਏਗਾ ਐਕਸ਼ਨ, ਇਹ ਲੋਕਾਂ ਨੂੰ ਦੱਸੋ। ਦੇਖੋ ਗੌਰਵ ਜੀ, ਇਹ ਸੱਚਾਈ ਹੈ ਕਿ ਪਿਛਲੇ ਕੁਝ ਸਾਲਾਂ 'ਚ ਪੰਜਾਬ 'ਚ ਇਹ ਨਸ਼ੇ ਦਾ ਕਾਰੋਬਾਰ ਬਹੁਤ ਵਧਿਆ। ਪੰਜਾਬ ਦਾ ਦੁਨੀਆ ਭਰ 'ਚ ਡੀਫੇਮ ਵੀ ਹੋਇਆ, ਔਰ ਇਹ ਵੀ ਸੱਚਾਈ ਆ ਕਿ ਕਈ ਸਰਕਾਰਾਂ ਵੀ ਜਿਹੜੀਆਂ ਆ ਨਸ਼ੇ ਦੇ ਮੁੱਦੇ ਤੇ ਬਣੀਆਂ ਵੀ ਤੇ ਗਈਆਂ ਵੀ ਜੀ। ਇਹ ਵੀ ਕੋਈ, ਔਰ ਮੁੱਖ ਮੰਤਰੀ ਵੀ ਕਈ ਬਣੇ ਤੇ ਕਈ ਇਹਦੀ ਭੇਟ ਵੀ ਚੜ ਗਏ, ਕਿਉਂਕਿ ਅਲਟੀਮੇਟਲੀ ਬੇਸਿਕਲੀ ਨਸ਼ੇ ਦੇ ਕਾਰੋਬਾਰ 'ਚ ਕੋਈ ਦੋ ਰਾਏ ਨਹੀਂ ਹੈ। ਇੱਕ ਵੱਡਾ ਨੈਕਸਸ ਸੀ, ਔਰ ਮੀਡੀਆ ਨੇ ਵੀ ਬੜੀਆਂ ਕੰਪੇਨ ਚਲਾਈਆਂ, ਮੀਡੀਆ ਨੇ ਵੀ ਬੜੇ ਇਨੀਸ਼ੀਏਟਿਵ, ਸਾਰੇ ਪਬਲਿਕ ਨੇ ਵੀ, ਲੇਕਿਨ ਇਹਦੇ 'ਚ ਇਹ ਲੱਗਦਾ ਸੀ ਕਿ ਕੋਈ ਡੀਪ ਜਿਹੜੀ ਕੌਨਸੀਕੁਐਂਸੀ ਆ, ਡੀਪ ਨੈਕਸਸ ਕੰਮ ਕਰਦਾ। ਔਰ ਮਾਣਯੋਗ ਅਦਾਲਤਾਂ 'ਚ ਵੀ ਜਿਹੜੀਆਂ ਇਨਵੈਸਟੀਗੇਸ਼ਨ ਰਿਪੋਰਟਾਂ ਆਈਆਂ ਤੇ ਕਈ ਸਾਲ ਪੈਂਡਿੰਗ ਰਹੀਆਂ ਜੀ, ਉੱਥੇ ਤੇ ਵੀ ਕਈ ਲੋਕਾਂ ਤੇ ਕੰਟੈਂਪਟ ਟੂ ਕੋਰਟ ਇਸ ਕਰਕੇ ਲੱਗ ਗਏ ਕਿ ਲੋਕਾਂ ਨੇ ਇੱਥੋਂ ਤੱਕ ਕਹਿਤਾ ਕੁਛ ਕਿ ਮਾਣਯੋਗ ਅਦਾਲਤਾਂ ਵੀ ਕਿਤੇ ਨਾ ਕਿਤੇ ਕਿਸੇ ਨੂੰ ਬਚਾ ਰਹੀਆਂ ਕਿ ਫੇਵਰ ਕਰ ਰਹੀਆਂ, ਕਿਉਂ ਨਹੀਂ ਰਿਪੋਰਟਾਂ ਖੁੱਲ ਰਹੀਆਂ। ਹੁਣ ਗੱਲ ਤੇ ਇਹ ਸੀ ਵੀ ਇਹ ਸਾਰੀ ਚੀਜ਼ ਸਾਹਮਣੇ ਆਉਣੀ ਚਾਹੀਦੀ ਆ, ਕਿਉਂਕਿ ਜਦੋਂ ਤੱਕ ਮਾਮਲਾ ਮਾਣਯੋਗ ਅਦਾਲਤ ਸੀ ਤੇ ਪੋਲੀਟੀਕਲ ਜਿਹੜੀ ਸਾਡੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ। ਹੁਣ ਜਦੋਂ ਸਰਕਾਰ ਨੇ ਇਨੀਸ਼ੀਏਟਿਵ ਲਿਆ ਕਿ ਸੱਚਾਈ ਬਾਹਰ ਆਉਣੀ ਚਾਹੀਦੀ ਆ, ਔਰ ਮਾਣਯੋਗ ਅਦਾਲਤਾਂ ਨੇ ਇਹ ਰਿਪੋਰਟਾਂ ਖੋਲਣ ਦੀ ਪਰਮਿਸ਼ਨ ਦੇ ਦਿੱਤੀ, ਔਰ ਸਰਕਾਰ ਨੂੰ ਜਿਹੜੀਆਂ ਰੈਫਰ ਕਰਤੀਆਂ ਜੋ ਇਹ ਰਿਪੋਰਟਾਂ 'ਚ ਮੈਂਸ਼ਨ ਹੈ ਉਹਨਾਂ ਲੋਕਾਂ ਤੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰੋ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੁੱਖ ਮੰਤਰੀ ਜੀ ਦਾ ਬੜਾ ਸਪਸ਼ਟ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਸਾਡੀ ਇਹ ਪਾਲਿਸੀ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ, ਨਾ ਮਾਨ ਸਾਹਿਬ ਨਾਲ ਕਿਸੇ ਨਾਲ ਸੈਟਿੰਗ ਹੋਣੀ ਹੈ, ਨਾ ਬਚਾਉਣਾ ਹੈ, ਨਾ ਕਿਸੇ ਨੂੰ ਫਸਾਉਣਾ ਹੈ। ਲੇਕਿਨ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨ 'ਚ, ਪੰਜਾਬ ਦੀ ਜਵਾਨੀ ਨੂੰ ਨਸ਼ੇ ਔਰ ਖਾਸ ਕਰ ਚਿੱਟੇ 'ਚ ਧੱਕਣ 'ਚ ਜ਼ਿੰਮੇਵਾਰ ਹੈ, ਉਹਨਾਂ ਤੇ ਕਾਨੂੰਨ ਦੇ ਹਿਸਾਬ ਨਾਲ ਸਖਤ ਕਾਰਵਾਈ ਹੋਵੇ। ਇਹ ਅੱਜ ਮਾਨਯੋਗ ਮੁੱਖ ਮੰਤਰੀ ਨੇ ਸ਼ੋਰ ਕਰਤਾ ਹੈ। ਆਉਣ ਵਾਲੇ ਦਿਨਾਂ 'ਚ ਕੰਗ ਸਾਹਿਬ, ਮੈਂ ਸ਼ੁਰੂਆਤ ਹੀ ਉੱਥੋਂ ਕੀਤੀ ਹੈ ਕਿ ਪੰਜਾਬ ਦੇ ਲੋਕ ਜਿੱਥੇ ਵੀ ਇਸ ਸਮੇਂ ਪੰਜਾਬੀ ਵੱਸਦੇ ਨੇ, ਉਹਨਾਂ ਨੂੰ ਵਧੀਆ ਲੱਗ ਰਿਹਾ ਕਿ ਹਾਂ ਜੇ ਕਾਰਵਾਈ ਹੁੰਦੀ ਹੈ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ, ਕਿਉਂਕਿ ਬਹੁਤ ਪੀੜਤ ਨੇ ਕਈ ਲੋਕ ਨਸ਼ੇ ਤੋਂ, ਔਰ ਜਿਨ੍ਹਾਂ ਤੱਕ ਨਹੀਂ ਵੀ ਪਹੁੰਚਿਆ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਤਾਂ ਬਹੁਤ ਔਖਾ ਹੈ। ਆਮ ਤੌਰ ਤੇ ਜਿਹੜੇ ਬੱਚੇ 18-20 ਸਾਲ ਦੇ ਨੇ, ਉਹਨਾਂ ਦੇ ਮਾਪਿਆਂ ਨੂੰ ਬੜੀ ਟੈਨਸ਼ਨ ਰਹਿੰਦੀ ਹੈ ਕਿ ਸਾਡਾ ਬੱਚਾ ਬਾਹਰ ਜਾਂਦਾ, ਪਤਾ ਨਹੀਂ ਕੀ ਕਰਨ ਲੱਗ ਜਾਏਗਾ। ਮੈਂ ਇਸ ਕਰਕੇ ਪੁੱਛ ਰਿਹਾ ਕਿ ਕੋਈ, ਕਿਉਂਕਿ 2018 'ਚ ਰਿਪੋਰਟਾਂ ਆਈਆਂ, ਆਲਰੇਡੀ 5-6 ਸਾਲ ਨਿਕਲ ਚੁੱਕੇ ਨੇ, ਫਿਰ ਲੋਕ ਉਹੀ ਸੋਚਦੇ ਨੇ ਕਿ ਫਿਰ ਇੱਕ ਸਟੇਟਮੈਂਟ ਆ ਗਈ, ਐਕਸ਼ਨ ਕਦੋਂ ਹੋਏਗਾ? ਕੋਈ ਟਾਈਮ ਬਾਉਂਡ ਤੁਸੀਂ ਕਹਿ ਸਕਦੇ ਹੋ ਕਿ ਹਾਂ 2023 'ਚ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਸਕਦਾ? ਨਹੀਂ, ਲੋਕਾਂ ਨੂੰ ਤੇ ਇਹ ਨਿਰਾਸ਼ਾ ਹੋ ਗਈ ਸੀ ਗੌਰਵ ਜੀ ਕਿ ਇਹ ਸ਼ਾਇਦ ਕਦੀ ਰਿਪੋਰਟਾਂ ਵੀ ਨਹੀਂ ਖੁੱਲਣੀਆਂ ਤੇ ਐਕਸ਼ਨ ਤੇ ਹੋਣਾ ਹੀ ਕੀ ਆ। ਹੁਣ ਉਮੀਦ ਬੱਝੀ ਆ, ਔਰ ਅੱਜ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਰਿਪੋਰਟਾਂ ਦੇ ਆਧਾਰ ਤੇ ਕਾਨੂੰਨ ਜੋ ਕਾਰਵਾਈ ਬਣਦੀ ਉਹਦੇ 'ਚ ਕੋਈ ਲਿਹਾਜ਼ਦਾਰੀ ਨਹੀਂ ਹੋਊਗੀ, ਛੋਟਾ ਵੱਡਾ
ਰਾਜਨੀਤਿਕ ਹੋਵੇ ਚਾਹੇ ਨਾ ਹੋਵੇ, ਪੋਲੀਟੀਕਲ ਹੋਵੇ, ਬਿਊਰੋਕਰੇਟ ਹੋਵੇ, ਪੁਲਿਸ ਵਾਲਾ ਹੋਵੇ, ਆਮ ਬੰਦਾ ਹੋਵੇ, ਡਰੱਗ ਪੈਡਲਰ ਹੋਵੇ, ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਜੋ ਇੱਕ ਪ੍ਰੋਸੀਜਰ ਹੁੰਦਾ, ਕਿਉਂਕਿ ਮੈਂ ਹਰ ਗੱਲ ਹੁਣ ਮੀਡੀਆ 'ਚ ਡਿਸਕਲੋਜ਼ ਵੀ ਨਹੀਂ ਕਰਨਾ ਚਾਹੁੰਦਾ। ਜਦੋਂ ਮਾਨਯੋਗ ਮੁੱਖ ਮੰਤਰੀ ਜੀ ਨੇ ਕਹਿਤਾ ਔਰ ਕੋਰਟ ਦੀਆਂ ਹਦਾਇਤਾਂ ਹੋ ਗਈਆਂ, ਪਹਿਲਾਂ ਤੇ ਮਸਲਾ ਇਹ ਸੀ ਵੀ ਕੋਰਟ 'ਚ ਹੀ ਬੰਦ ਪਈਆਂ ਰਹੀਆਂ ਬੜੇ ਸਾਲ ਰਿਪੋਰਟਾਂ, ਔਰ ਹੁਣ ਜਦੋਂ ਮਾਨਯੋਗ ਅਦਾਲਤ ਦੀਆਂ ਹਦਾਇਤਾਂ ਹੋ ਗਈਆਂ, ਸਰਕਾਰ ਪਹਿਲਾਂ ਹੀ ਚਾਹੁੰਦੀ ਆ, ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ, ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਠੀਕ ਹੈ, ਚਲੋ ਸਰ ਇੰਤਜ਼ਾਰ ਰਹੇਗਾ ਕਿ ਐਕਸ਼ਨ ਕਦੋਂ ਹੁੰਦਾ ਤੇ ਕੀ ਹੁੰਦਾ। ਲੋਕ ਇਨਵੋਲਵ ਹੋਣਗੇ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਠੀਕ ਹੈ ਕੰਗ ਜੀ, ਮੈਂ ਤੁਹਾਡੇ ਕੋਲ ਸਰਕਾਰ ਕਰੂ। ਠੀਕ ਹੈ ਕੰਗ ਜੀ, ਹੁਣ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਤੁਹਾਡੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਕੀ ਕੁਝ ਕਹਿ ਰਹੀਆਂ ਨੇ, ਆਪਾਂ ਉਹਨਾਂ ਦਾ ਰੁਖ ਕਰ ਲੈਂਦੇ ਆ। ਖੜਿਆਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਖੜਿਆਲ ਸਾਹਿਬ, 18 ਦੇ ਵਿੱਚ ਰਿਪੋਰਟਾਂ ਆਉਂਦੀਆਂ ਨੇ, ਉਸ ਤੋਂ ਬਾਅਦ ਕਾਨੂੰਨੀ ਚਾਰਾਜੋਈ ਚੱਲਦੀ ਰਹੀ, 4 ਸਾਲ ਕਾਂਗਰਸ ਦੀ ਸਰਕਾਰ ਰਹੀ, ਤੇ ਇਸ ਸਮੇਂ ਇੱਕ ਤਰੀਕੇ ਨਾਲ ਦਾਅਵਾ ਇਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਸਾਬਕਾ ਸਰਕਾਰਾਂ ਨੇ ਨਾ ਕੀਤਾ, ਨਾ ਉਹਨਾਂ ਤੋਂ ਹੋਇਆ, ਅਸੀਂ 1 ਸਾਲ ਦੇ ਵਿੱਚ ਇਹ ਕਰ ਦਿੱਤਾ, ਹੁਣ ਅੱਗੇ ਦੇਖੋ ਐਕਸ਼ਨ ਵੀ ਹੋਏਗਾ। 1 ਸਾਲ ਦੇ ਵਿੱਚ ਕੀ ਕੀਤਾ ਗੌਰਵ ਜੀ ਇਹਨਾਂ ਨੇ? ਕਹਿੰਦੇ ਰਿਪੋਰਟਸ ਆ ਗਈਆਂ, ਜਨਤਕ ਕਰਾਂਗੇ ਅਸੀਂ ਤੇ ਉਸ ਦੇ ਉੱਤੇ ਐਕਸ਼ਨ ਲਵਾਂਗੇ। ਪਹਿਲਾ ਸਵਾਲ, ਕੀ ਇਹ ਰਿਪੋਰਟ ਸਰਕਾਰ ਦੇ ਕਹਿਣ ਤੇ ਖੁੱਲੀ ਹੈ ਜਾਂ ਫਿਰ ਇੰਟਰਵੀਨਰ ਜੋ ਸੀਗੇ ਉਹਨਾਂ ਦੇ ਕਹਿਣ ਤੇ ਖੁੱਲੀ ਹੈ? ਪਹਿਲਾ ਸਵਾਲ ਨੋਟ ਕਰ ਲੈਣ ਕੰਗ ਸਾਹਿਬ, ਜਦੋਂ ਟਾਈਮ ਆਇਆ ਇਸ ਚੀਜ਼ ਦਾ ਜਵਾਬ ਦੇਣ। ਠੀਕ ਹੈ। ਦੂਜੀ ਗੱਲ, 6 ਦਿਨ ਹੋ ਗਏ, ਫੈਸਲਾ ਆਏ, ਉਡੀਕ ਕਿਸ ਚੀਜ਼ ਦੀ ਹੋ ਰਹੀ ਹੈ? ਅੱਜ ਭਗਵੰਤ ਮਾਨ ਸਾਹਿਬ ਨੇ ਟਵੀਟ ਕਰਤਾ, ਐਕਸ਼ਨ ਕਿਉਂ ਨਹੀਂ ਲਿਆ? ਮਿੰਟ ਤਾਂ 6 ਲੱਗਦੇ ਹੁੰਦੇ ਜਦੋਂ ਕਾਰਵਾਈ ਕਰਨੀ ਹੋਵੇ ਤੇ ਬੰਦੇ ਨੂੰ ਲੌਕਅਪ 'ਚ ਦੇਣਾ ਹੋਵੇ, ਬਹੁਤਾ ਟਾਈਮ ਨਹੀਂ ਲੱਗਦਾ। ਉਹਦੇ ਬਾਵਜੂਦ ਇਹ ਗਰਜ ਰਹੇ ਹੈ, ਬਰਸ ਨਹੀਂ ਰਹੇ। ਤੇ ਉਹ ਕਹਾਵਤ ਤਾਂ ਸੁਣੀ ਹੋਊਗੀ ਤੁਸੀਂ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਡਿਲੇ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਚਲਾਨ ਨਹੀਂ ਹਜੇ ਤੱਕ ਪੇਸ਼ ਹੋਇਆ। ਮੇਰਾ ਸਵਾਲ ਦੂਜਾ ਇਹ ਹੈ ਕਿ ਡਿਲੇ ਕਿਉਂ ਹੋ ਗਿਆ? ਕਿਉਂਕਿ 180 ਦਿਨਾਂ ਦੇ ਵਿੱਚ ਇਹ ਕੇਸ 'ਚ ਚਲਾਨ ਪੇਸ਼ ਹੋ ਜਾਣਾ ਚਾਹੀਦਾ ਸੀਗਾ, ਸੋ ਇਹ ਦੱਸਣ ਡਿਲੇ ਕਿਉਂ ਹੋਇਆ? ਤੀਜਾ, ਕੇਜਰੀਵਾਲ ਸਾਹਿਬ ਦਾ ਇਸ ਇਸ਼ੂ ਤੇ ਸਟੈਂਡ ਕੀ ਹੈ? ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਮਾਫੀ ਵੀ ਮੰਗੀ ਹੈ, ਯੂ ਟਰਨ ਵੀ ਮਾਰੇ ਐਲੀਗੇਸ਼ਨ ਲਾ ਕੇ ਡਰੱਗਸ ਇਸ਼ੂ ਤੇ ਇਹਨਾਂ ਦੇ ਰਜੀਮ ਦੇ ਵਿੱਚ ਬੇਲਸ ਵੀ ਹੋਈਆਂ। ਸਾਡੇ ਰਜੀਮ ਦੇ ਵਿੱਚ ਵੱਡੀਆਂ ਮੱਛੀਆਂ ਅੰਦਰ ਗਈਆਂ, ਆਮ ਆਦਮੀ ਪਾਰਟੀ ਦੇ ਰਜੀਮ ਦੇ ਵਿੱਚ ਮੱਛੀਆਂ ਬਾਹਰ ਆਈਆਂ। ਚੌਥਾ ਇਹ ਹੈ ਕਿ ਡਰੱਗਸ ਦੀ ਰਿਪੋਰਟ ਨੂੰ ਵੀ ਨਾ ਗੌਰਵ ਜੀ ਐਡ ਵਾਂਗੂ ਪੇਸ਼ ਕੀਤਾ ਜਾ ਰਿਹਾ ਹੈ, ਟਵੀਟ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਟਵੀਟ ਕਰਨ ਦੀ ਲੋੜ ਕੀ, ਤੁਸੀਂ ਸਿੱਧਾ ਐਕਸ਼ਨ ਲਓ। ਜਦੋਂ ਐਕਸ਼ਨ ਲੈ ਲਿਆ ਸਮੂਰੇ ਸਭ ਕੁਝ ਆ ਜਾਊਗਾ। ਲੇਕਿਨ ਆਮ ਆਦਮੀ ਪਾਰਟੀ ਆਦਤ ਤੋਂ ਮਜਬੂਰ ਹੈ, ਆਪਦੀ ਬ੍ਰਾਂਡਿੰਗ ਮਾਰਕੀਟਿੰਗ ਐਡ ਕਰਨਾ ਇਹਨਾਂ ਨੂੰ ਜ਼ਰੂਰੀ ਲੱਗਦਾ ਹਰੇਕ ਇਸ਼ੂ ਦੇ ਵਿੱਚ, ਉਹ ਵੀ ਇੰਨਾ ਸੈਂਸਿਟਿਵ, ਇੰਨਾ ਜ਼ਰੂਰੀ ਇਸ਼ੂ ਹੋਵੇ ਉੱਥੇ ਵੀ। ਦੂਜਾ ਇਹ ਹੈ, ਚੌਥੀ ਰਿਪੋਰਟ ਜਿਹੜੀ ਅਜੇ ਤੱਕ ਖੁੱਲੀ ਨਹੀਂ ਗੌਰਵ ਜੀ, ਉਹਦੇ ਬਾਰੇ ਸਰਕਾਰ ਨੇ ਕਿਉਂ ਹਜੇ ਤੱਕ ਕੁਝ ਵੀ ਨਹੀਂ ਕਿਹਾ? ਤੇ ਮੈਂ ਤਾਂ ਕਹਿੰਦਾ ਹੈ ਕਿ ਇਹ ਜਿਹੜੇ ਸਵਾਲ ਹੈ ਨਾ ਕੰਗ ਸਾਹਿਬ, ਹਰੇਕ ਸਵਾਲ ਦਾ ਸਪੈਸੀਫਿਕ ਜਵਾਬ ਦੇਣ। ਚਲੋ ਮੈਂ ਇੱਕ ਛੋਟਾ ਸਵਾਲ ਤੁਹਾਡੇ ਲਈ ਐਡ ਕਰ ਦਵਾਂ। ਤੁਸੀਂ ਕਹਿ ਰਹੇ ਹੋ ਇੰਟਰਵੀਨ ਕੀਤਾ ਇਹਨਾਂ ਦੇ ਟਾਈਮ ਦੇ ਵਿੱਚ ਕਿ ਕਿਸੇ ਨੇ ਅਦਾਲਤ ਦੇ ਜ਼ਰੀਏ ਹੋਇਆ। ਸਰ ਤੁਹਾਡੇ ਸਮੇਂ 'ਚ ਵੀ ਹੋ ਸਕਦਾ ਸੀ ਨਾ, ਸਾਡੇ ਲੋਕ ਕਹਿਣਗੇ ਕਿ ਤੁਸੀਂ ਕਰਵਾ ਲੈਂਦੇ। ਮੈਂ ਦੱਸਦਾ, ਕਾਂਗਰਸ ਕਰਵਾ ਲੈਂਦੀ। ਇੱਕ ਸੈਕਿੰਡ, ਸਾਡੇ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਹੋਈ, ਰਿਪੋਰਟਾਂ ਸਬਮਿਟ ਹੋਈਆਂ, ਅਸੀਂ ਕਾਰਵਾਈ ਕੀਤੀ, ਵੱਡੀਆਂ ਮੱਛੀਆਂ ਪੈਡਲਰਸ ਦੇ ਖਿਲਾਫ ਵੀ ਕਾਰਵਾਈ ਕੀਤੀ। 77,000 ਕੇਸ ਰਜਿਸਟਰ ਹੋਇਆ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ, ਬਾਹਰੋਂ ਫੜ ਕੇ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੋਂ ਲੈ ਕੇ ਵਾਪਸ ਆਏ ਤੇ ਅਸੀਂ ਮੰਗ ਕੀਤੀ ਕਿ ਲਾਈਫ ਇੰਪ੍ਰਿਜ਼ਨਮੈਂਟ, ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਵੀ ਡਰੱਗ ਪੈਡਲਰ ਦੇ ਖਿਲਾਫ ਜੇ ਪੰਜਾਬ 'ਚ ਕੋਈ ਨਸ਼ਾ ਵੇਚੂਗਾ। ਹੁਣ ਮੈਂ ਆਮ ਆਦਮੀ ਪਾਰਟੀ ਤੋਂ ਪੁੱਛਦਾ, ਤੁਸੀਂ ਆંકੜਿਆਂ ਦੀ ਸਟੈਟਿਸਟਿਕਸ ਦੀ ਗੱਲ ਤਾਂ ਬੜੀ ਕਰਦੇ ਹੋ। NCRB ਦਾ ਡੇਟਾ ਗੌਰਵ ਜੀ ਕਿ NDPS ਰਿਲੇਟਡ ਕ੍ਰਾਈਮ ਦੇ ਵਿੱਚ ਪੰਜਾਬ ਦਾ ਰੈਂਕ 1 ਆਇਆ। ਇਹ ਆંકੜਾ ਹੈ, ਇਹ ਫੈਕਟ ਹੈ, ਸਟੈਟਿਸਟਿਕ ਹੈ। ਇਹਦੇ ਬਾਰੇ ਕੀ ਜਵਾਬ ਹੈ? ਖੁੱਲੇਆਮ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਸਰਕਾਰ ਕੋਈ ਕਰ ਨਹੀਂ ਰਹੀ, ਐਕਸ਼ਨ ਨਹੀਂ ਲੈ ਰਹੀ। ਜਿਹੜੇ ਪੈਡਲਰਸ ਹੈ ਉਹ ਫੜੇ ਨਹੀਂ ਜਾ ਰਹੇ। ਮੈਨੂੰ ਇੱਕ ਵੱਡੀ ਮੱਛੀ ਦਾ ਨਾਮ ਦੱਸਦੇ ਨੇ ਜਿਹੜੇ ਖਿਲਾਫ, ਵਿਅਕਤੀ ਦੇ ਖਿਲਾਫ ਇਹਨਾਂ ਨੇ ਐਕਸ਼ਨ ਲਿਆ ਹੋਵੇ। ਜੇ ਐਕਸ਼ਨ ਲਿਆ ਤਾਂ ਸਿਰਫ ਔਰ ਸਿਰਫ ਯੂਜ਼ਰਸ ਦੇ ਖਿਲਾਫ ਲਿਆ, ਜਿਹੜੇ ਨਸ਼ਾ ਵਿਚਾਰੇ ਕਰ ਰਹੇ ਆ, ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ। ਤੁਹਾਨੂੰ ਲੱਗਦਾ ਕਿ ਉੱਥੇ ਵੀ ਜਿਹੜੇ ਸਿਸਟਮ ਦੀ ਕਮਜ਼ੋਰੀ ਰਹੀ? ਦੇਖੋ, ਸਾਡੇ ਰਾਜ ਦੇ ਵਿੱਚ ਬੇਲ ਨਹੀਂ ਮਿਲੀ, ਸਾਡੇ ਰਾਜ ਦੇ ਵਿੱਚ ਉਹ ਜੇਲ੍ਹ 'ਚ ਗਏ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਉਹ ਬਾਹਰ ਆਏ। ਦੂਜਾ, ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਹਾਂ ਕਿ ਇਹਨਾਂ ਨੇ ਮਜੀਠੀਆ ਸਾਹਿਬ ਦੀ ਬੇਲ ਰੋਕਣ ਲਈ ਕੀ ਕੀਤਾ? ਉਹ ਤੋਂ ਬਾਅਦ ਕੋਈ ਇਹਨਾਂ ਨੇ ਐਕਸ਼ਨ ਐਸਾ ਇਨੀਸ਼ੀਏਟ ਕੀਤਾ ਤੇ ਰਿਲੀਫ ਲਿਆ ਵੀ ਜੋ ਬੇਲ ਉਹਨਾਂ ਦੀ ਡਿਸਮਿਸ ਹੋ ਜਾਂਦੀ ਜੇ ਵਾਕਈ ਕਹਿੰਦੇ ਅਸੀਂ ਸੀਰੀਅਸ ਹੈ ਇਸ ਇਸ਼ੂ ਤੇ। ਅਗਲੀ ਗੱਲ ਇਹ ਹੈ ਕਿ ਅਡਾਨੀ ਪੋਰਟ ਬਾਰੇ ਮੇਰਾ ਬੀਜੇਪੀ ਨੂੰ ਵੀ ਸਵਾਲ ਹੈ ਕਿ ਜਿਹੜਾ ਅਡਾਨੀ ਪੋਰਟ ਇਸ਼ੂ ਸੀਗਾ ਉਹਦੇ ਬਾਰੇ ਇਹਨਾਂ ਨੇ ਕੀ ਕਾਰਵਾਈ ਕੀਤੀ? ਸੋ ਜਿਹੜੇ ਮੇਰੇ ਕੰਗ ਸਾਹਿਬ ਨੂੰ ਸਵਾਲ ਹੈ, ਪਹਿਲਾ ਤੁਹਾਡੇ ਕਹਿਣ ਤੇ ਰਿਪੋਰਟ ਖੁੱਲੀ ਕਿ ਇੰਟਰਵੀਨਰ ਤੇ, ਦੂਜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੌਥੀ ਰਿਪੋਰਟ ਬਾਰੇ ਕਿਹਾ ਕਿਉਂ ਨਹੀਂ ਹਜੇ ਤੱਕ ਕੁਝ, ਤੀਜਾ ਡਿਲੇ ਕਿਉਂ ਹੋਇਆ ਹੈ ਚਲਾਨ ਪੇਸ਼ ਕਰਨ ਦੇ ਵਿੱਚ ਮਜੀਠੀਆ ਸਾਹਿਬ ਦੇ ਕੇਸ? ਠੀਕ ਹੈ, ਚਲੋ ਮੈਂ ਕੰਗ ਸਾਹਿਬ ਦਾ ਰਿਐਕਸ਼ਨ ਲਵਾਂਗਾ, ਪਰ ਇੱਕ ਵਾਰੀ ਮੈਂ ਸਾਰਿਆਂ ਦਾ ਰੁਖ ਕਰ ਲਵਾਂ। ਮੈਂ ਕਲੇਰ ਸਾਹਿਬ ਦਾ ਰੁਖ ਕਰਦਾ ਹਾਂ, ਵੀ ਸਟੂਡੀਓ ਸਾਡੇ ਨਾਲ ਮੌਜੂਦ ਨੇ। ਕਲੇਰ ਸਾਹਿਬ, ਜੇ ਡਰੱਗ ਰਿਪੋਰਟ ਖੁੱਲੀ ਹੈ ਜਾਂ ਐਕਸ਼ਨ ਹੋਣ ਦਾ ਜ਼ਿਕਰ ਹੋ ਰਿਹਾ ਹੈ,
ਤੇ ਇਸ ਵਿਚਾਲੇ ਮੁੱਖ ਮੰਤਰੀ ਦੇ ਬਿਆਨ ਜਾਂ ਆਮ ਆਦਮੀ ਪਾਰਟੀ ਦੀਆਂ ਸਟੇਟਮੈਂਟਸ ਨੇ। ਮੈਂ ਤੁਹਾਡਾ ਬਿਆਨ ਸੁਣ ਰਿਹਾ ਸੀ, ਤੁਹਾਨੂੰ ਇਹਨਾਂ ਬਿਆਨਾਂ ਦੇ ਉੱਤੇ, ਦਾਅਵਿਆਂ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੈ? ਦੇਖੋ ਗੌਰਵ ਜੀ, ਬੜੀ ਸਪਸ਼ਟ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਕਹਿੰਦੇ ਕਿ ਜਦੋਂ ਮੈਂ ਸਹਿਮਤੀ ਦਿੱਤੀ ਤਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿਪੋਰਟਾਂ ਖੋਲੀਆਂ। ਇੱਕ ਗੱਲ ਬੜੀ ਸ਼ੀਸ਼ੇ ਵਾਂਗੂ ਸਾਫ਼ ਹੈ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਫਸਰਾਂ ਦੇ ਕੋਲੋਂ ਰਿਪੋਰਟਾਂ ਮੰਗੀਆਂ। ਉਹ ਰਿਪੋਰਟਾਂ ਅਫਸਰਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਤੀਆਂ ਤੇ ਹਾਈ ਕੋਰਟ ਉਹਨਾਂ ਦੀ ਕੋਗਨੀਜ਼ੈਂਸ ਸੀਗੀ। ਹਾਈ ਕੋਰਟ ਉਹ ਰਿਪੋਰਟਾਂ ਜੋ ਉਹਨਾਂ ਤੇ ਕਾਰਵਾਈ ਕਰਨੀ ਸੀਗੀ ਉਹ ਹਾਈ ਕੋਰਟ ਨੇ ਆਪਣੇ ਹਿਸਾਬ ਨਾਲ ਕਰਨੀ ਸੀ। ਸੋ ਪਹਿਲਾ ਤਾਂ ਸਵਾਲ ਇਹੀ ਉੱਠਦਾ ਹੈ ਕਿ ਮਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੰਸੈਂਟ ਮੰਗੀ ਕਿਹਨੇ ਸੀਗੀ ਤੇ ਇਹਨਾਂ ਦੀ ਕੰਸੈਂਟ ਦੇਣਾ ਜਾਂ ਨਾ ਦੇਣਾ ਇਹ ਮੈਨੇ ਕਿੱਥੇ ਰੱਖਦਾ। ਸੋ ਇੱਕ ਵੱਡਾ ਝੂਠ, ਜਿਵੇਂ ਬਾਕੀ ਮੁੱਖ ਮੰਤਰੀ ਦੇ ਝੂਠ ਹੈ, ਚਾਹੇ ਗੋਲਡੀ ਬਰਾੜ ਦਾ ਝੂਠ ਹੋਵੇ, BMW ਵਾਲਾ ਹੋਵੇ, ਸਿੱਧੂ ਮੂਸੇਵਾਲੇ ਦੇ ਮਾਮਲੇ ਤੇ ਹੋਵੇ, ਗਰਦੌਰੀਆਂ ਤੇ ਹੋਵੇ, ਇਦਾਂ ਹੀ ਇਹ ਵਾਲਾ ਝੂਠ ਹੈ। ਨੰਬਰ 1। ਨੰਬਰ 2, ਇਹ ਗੌਰਵ ਜੀ, ਇਹ ਜਿੰਨੇ ਮਸਲੇ ਨੇ ਇਹ ਡੇ 1 ਤੋਂ ਹੀ ਜੁਡੀਸ਼ੀਅਲ ਸਕਰੂਟਨੀ 'ਚ ਨੇ। ਦੇਖੋ, ਮੈਂ ਬੜੇ ਸਪਸ਼ਟ ਤੌਰ ਤੇ ਕਹਿ ਦਿਆਂ ਕਿ ਇੱਕ ਪਹਿਲਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਜਸਟਿਸ ਜਿਹੜੇ ਸਾਡੇ ਸੂਰੇਕਾਂਤ ਜੀ ਤੇ ਪੀ ਬਜੰਤਰੀ ਸਾਹਿਬ ਨੇ ਇੱਕ SIT ਬਣਾਈ ਸੀ। ਉਹ SIT IPS ਆਫੀਸਰਸ ਦੀ ਸੀਗੀ, ਮੈਡਮ ਵੀ ਨੀਰਜਾ, ਨਗੇਸ਼ਵਰ ਰਾਓ ਸਾਹਿਬ। ਉਹਨਾਂ ਨੂੰ ਹਦਾਇਤ ਸੀ ਕਿ ਪੰਜਾਬ ਦੇ, ਇਹ ਅਕਾਲੀ ਦਲ ਸਰਕਾਰ ਵੇਲੇ ਬਣੀ ਸੀ, ਕਿ ਜਿੰਨੇ ਪੰਜਾਬ ਦੇ ਡਰੱਗ ਕੇਸਿਸ ਹੈ ਇਹਨਾਂ ਦੀ ਦੁਬਾਰਾ ਰੀ ਇਨਵੈਸਟੀਗੇਸ਼ਨ ਕਰੋ। ਅਗਰ ਇਹਨਾਂ 'ਚ ਕੋਈ ਬੰਦਾ ਰਹਿ ਗਿਆ ਤਾਂ ਉਹਨੂੰ ਪਾ ਦਿਓ, ਅਗਰ ਕੋਈ ਝੂਠਾ ਤਾਂ ਉਹਨੂੰ ਛੱਡ ਦਿਓ। ਸੋ ਜੁਡੀਸ਼ੀਅਲ ਸਕਰੂਟਨੀ ਚੱਲਦੀ ਰਹੀ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਇਹ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਦਾਖਲ ਹੋ ਗਈਆਂ ਤੇ ਅੱਜ ਇਹ ਰਿਪੋਰਟਾਂ ਸਰਕਾਰ ਕੋਲੇ ਚਲੀਆਂ ਗਈਆਂ। ਮੇਰਾ ਮੁੱਖ ਮੰਤਰੀ ਨੂੰ ਪਹਿਲਾ ਸਵਾਲ ਹੈ ਕਿ ਟਵੀਟ ਕੀ ਖੇਡਦੇ ਨੇ? ਅੱਜ ਸਾਹਮਣੇ ਆਉਂਦੇ ਦੱਸਦੇ ਕਿ ਰਿਪੋਰਟਾਂ ਖੋਲ ਲੀਆਂ, ਆਹ ਰਿਪੋਰਟਾਂ ਦੇ ਵਿੱਚ ਹੈ, ਇਹਨਾਂ ਤੇ ਮੈਂ ਕਾਰਵਾਈ ਕਰਨ ਲੱਗਿਆ। ਗੱਲ ਕੀ ਹੈ ਕਿ ਜਿਹੜਾ ਪੋਲੀਟੀਕਲ ਝੂਠ ਬੋਲਦੇ ਨੇ ਉਹ ਰਿਪੋਰਟਾਂ 'ਚ ਸਬਸਟੈਂਸ਼ੀਏਟ ਨਹੀਂ ਹੁੰਦਾ। ਹੁਣ ਡਰ ਲੱਗਦਾ ਵੀ ਲੋਕਾਂ ਨੂੰ ਫੇਸ ਕਿਦਾਂ ਕਰੀਏ, ਕਿਉਂਕਿ ਝੂਠ ਤਾਂ ਆਪਾਂ ਬਹੁਤ ਬੋਲਿਆ। ਇਸੇ ਤਰੀਕੇ ਦੇ ਨਾਲ ਇਹ ਰਿਪੋਰਟਾਂ ਹੈ ਕੀ ਨੇ ਗੌਰਵ ਜੀ, ਸਾਨੂੰ ਸਮਝਣਾ ਪਊਗਾ। ਨਹੀਂ, ਮੈਂ ਝੂਠ ਦੇ ਉੱਤੇ ਫੋਕਸ ਕਰ ਰਿਹਾ ਮੈਂ ਤਾਂ ਹੀ ਕਹਿ ਰਿਹਾ, ਲੱਗਦਾ ਝੂਠ ਕੀ ਹੈ। ਬਿਲਕੁਲ, ਜਦੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿਪੋਰਟਾਂ ਖੋਲੀਆਂ, ਉਹਨਾਂ ਨੇ ਇਹਦੇ 'ਚ ਨੋਟਿਸ ਕਿਹਨੂੰ ਜਾਰੀ ਕੀਤਾ? ਨੋਟਿਸ ਜਾਰੀ ਕੀਤਾ ਦਿਨਕਰ ਗੁਪਤਾ ਜੀ ਨੂੰ, ਨੋਟਿਸ ਜਾਰੀ ਕੀਤਾ ਸੁਰੇਸ਼ ਅਰੋੜਾ ਜੀ ਨੂੰ, ਨੋਟਿਸ ਜਾਰੀ ਹੁੰਦਾ ਚਟੋਪਾਧਿਆ ਨੂੰ। ਤੇ ਚਟੋਪਾਧਿਆ ਕੌਣ ਹੈ? ਜਿੱਦਾਂ ਖਡਿਆਲ ਸਾਹਿਬ ਜ਼ਿਕਰ ਕਰਦੇ ਸੀ, ਚਟੋਪਾਧਿਆ ਉਹੀ 1 ਮਹੀਨੇ ਵਾਲਾ DGP ਹੈ ਜਿਨੇ ਕਿ ਹਾਈ ਕੋਰਟ ਦੀ ਰਿਪੋਰਟ ਤੱਕ ਦੀ ਵੇਟ ਨਹੀਂ ਕੀਤੀ। ਇੱਕ ਜਿਹੜਾ ਮਜੀਠੀਆ ਸਾਹਿਬ ਦਾ ਬਾਰ-ਬਾਰ ਜ਼ਿਕਰ ਕਰਦੇ ਨੇ ਖਡਿਆਲ ਸਾਹਿਬ, ਇੱਕ ਹਰਪ੍ਰੀਤ ਸਿੱਧੂ ਜਿਹੜਾ ਉਹਨਾਂ ਦਾ ਸਟ੍ਰੇਨਡ ਕਜ਼ਨ ਹੈ, ਉਹਦੇ ਕਹੇ ਤੇ ਕੋਈ ਚਟੋਪਾਧਿਆ ਨੇ ਸਿੱਧੀ ਇੱਕ ਰਿਪੋਰਟ ਚੱਕੀ ਬਿਨਾਂ ਹਾਈ ਕੋਰਟ ਦੀ ਮਨਜ਼ੂਰੀ ਤੋਂ, ਕਿਉਂਕਿ ਹਾਈ ਕੋਰਟ ਨੇ ਤਾਂ ਅੱਜ ਰਿਪੋਰਟਾਂ ਦਿੱਤੀਆਂ, ਉਹ ਤਾਂ ਸਰਕਾਰ ਮੰਨਦੀ ਹੈ। ਇੱਕ ਝੂਠਾ ਪਰਚਾ ਦਿੱਤਾ, ਉਹਦੇ ਤੇ ਹਾਈ ਕੋਰਟ ਦੇ ਕੀ ਕਮੈਂਟਸ ਆਏ ਉਹ ਮੈਨੂੰ ਕਹਿਣ ਦੀ ਲੋੜ ਨਹੀਂ। ਹਾਈ ਕੋਰਟ ਨੇ ਮੈਨੂੰ ਲੱਗਦਾ ਉਸ ਤੇ 12-15 ਪੇਜਾਂ ਦਾ ਇੱਕ ਆਰਡਰ ਲਿਖਾਇਆ ਕਿ ਕਿਸ ਤਰੀਕੇ ਪੋਲੀਟੀਕਲ ਮਿਸਯੂਜ਼ ਹੋਇਆ, ਬਿਲਕੁਲ, ਕਿ ਕਿੱਦਾਂ ਝੂਠਾ ਫਸਾਇਆ ਗਿਆ। ਸੋ ਅੱਜ ਦੀ ਜਿਹੜੀ ਸਥਿਤੀ ਹੈ, ਦੇਖੋ ਕੰਗ ਸਾਹਿਬ ਨੂੰ ਆਪਾਂ ਇੱਕ ਗੱਲ ਕਹੀਏ, ਕੰਗ ਸਾਹਿਬ ਵੀ ਨੌਜਵਾਨ ਨੇ। ਅੱਜ ਪੰਜਾਬ ਦੇ ਵਿੱਚ ਜੋ ਸਥਿਤੀ ਹੈ, ਜਿਸ ਤਰੀਕੇ ਦੇ ਨਾਲ ਗਵਰਨਰ ਨੇ ਪੰਜਾਬ ਸਰਕਾਰ ਤੇ ਸਵਾਲ ਚੱਕੇ ਨੇ ਕਿ ਸਕੂਲਾਂ ਤੱਕ ਡਰੱਗ ਪਹੁੰਚ ਗਿਆ, ਅੱਜ ਪੰਜਾਬ ਦੇ ਵਿੱਚ ਰਾਜ ਕਿਹਦਾ? 1 ਸਾਲ ਤੋਂ ਭਗਵੰਤ ਮਾਨ ਸਾਹਿਬ ਦਾ। ਤੇ ਕੰਗ ਸਾਹਿਬ ਕੀ ਮੁਨਕਰ ਨੇ ਕਿ ਸਾਡੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਬਣਨ ਤੋਂ 1 ਮਹੀਨਾ ਬਾਅਦ ਇੱਕ ਸਟੇਜ ਦੇ ਉੱਤੇ ਬਿਆਨ ਦਿੱਤਾ ਸੀ ਕਿ ਮੈਨੂੰ ਪਤਾ ਪੰਜਾਬ 'ਚ ਨਸ਼ਾ ਕਿੱਥੋਂ ਬਣਦਾ, ਨਸ਼ਾ ਪੰਜਾਬ ਦੇ ਬਾਹਰੋਂ ਨਹੀਂ ਆਉਂਦਾ, ਇਹ ਪੰਜਾਬ ਦੇ ਅੰਦਰ ਹੀ ਬਣਦਾ, ਕਿਉਂਕਿ ਬਾਰਡਰ ਸਟੇਟਾਂ ਤਾਂ ਰਾਜਸਥਾਨ ਵੀ ਹੈ, ਗੁਜਰਾਤ ਵੀ ਹੈ, ਉੱਥੇ ਨਸ਼ਾ ਨਹੀਂ, ਇਹ ਪੰਜਾਬ ਦੇ ਅੰਦਰ ਬਣਦਾ। ਮੈਨੂੰ ਪਤਾ ਲੱਗ ਗਿਆ ਕਿੱਥੇ ਬਣਦਾ ਤੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਹੋਊ। ਪਰ ਅੱਜ 1 ਸਾਲ ਬਾਅਦ ਤਾਂ ਗਵਰਨਰ ਸਾਹਿਬ ਕਹਿੰਦੇ ਨੇ ਕਿ ਤੁਹਾਡੇ ਸਕੂਲਾਂ ਤੱਕ ਨਸ਼ਾ ਪਹੁੰਚ ਗਿਆ। ਇਹਦਾ ਮਤਲਬ ਸਪਸ਼ਟ ਹੈ ਕਿ ਪੰਜਾਬ ਸਰਕਾਰ ਦੀ ਜਾਂ ਤਾਂ ਡਰੱਗ ਪੈਡਲਰਾਂ ਨਾਲ ਮਿਲੀ ਭੁਗਤ ਹੈ, ਕਿਉਂਕਿ ਮੁੱਖ ਮੰਤਰੀ ਨੇ ਪਿਨ ਪੁਆਇੰਟ ਕਰ ਲਏ ਸੀ। ਸੋ ਗੱਲਾਂ ਆਪਾਂ ਬਹੁਤ ਕਰਦੇ ਆ, ਮੈਂ ਤਾਂ ਬਹੁਤ ਸਪਸ਼ਟ ਲੈ ਚ ਕਹਿਣਾ ਕਿ ਅੱਜ ਖੋਲੋ ਰਿਪੋਰਟਾਂ ਔਰ ਜਨਤਕ ਕਰੋ ਨਾਮ ਜਿਨ੍ਹਾਂ ਨੂੰ ਲੈ ਕੇ ਤੁਸੀਂ ਇੰਨੀ ਦੇਰ ਸਿਆਸਤ ਕਰਦੇ ਰਹੇ, ਤੁਸੀਂ ਲੋਕਾਂ ਨੂੰ ਝੂਠ ਬੋਲਦੇ ਰਹੇ, ਔਰ ਪੰਜਾਬ ਨੂੰ ਔਰ ਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਜਿਨ੍ਹਾਂ ਦੇ ਮੱਥੇ ਤੇ ਪਹਿਲਾਂ ਰਾਹੁਲ ਗਾਂਧੀ ਨੇ ਕਲੰਕ ਲਾਇਆ ਕਿ ਨਸ਼ੇੜੀ ਨੇ, ਔਰ ਅੱਜ ਆਮ ਆਦਮੀ ਪਾਰਟੀ ਨੇ ਰੱਜ ਕੇ ਬਦਨਾਮ ਕੀਤਾ। ਸੋ ਪੰਜਾਬ ਨੂੰ ਜਾਣਨ ਦਾ ਹੱਕ ਹੈ ਰਿਪੋਰਟਾਂ 'ਚ ਕੀ ਹੈ ਤੇ ਤੁਸੀਂ ਰਿਪੋਰਟਾਂ ਤੇ ਹੁਣ ਕੀ ਐਕਸ਼ਨ ਲੈ ਰਹੇ ਹੋ, ਹੁਣ ਇਹ ਦੱਸੋ ਪੰਜਾਬ ਨੂੰ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਹੜਾ ਕੁੱਲ ਮਿਲਾ ਕੇ ਤੁਹਾਡੇ ਬਿਆਨ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਲੇਰ ਸਾਹਿਬ ਔਰ ਖੜਿਆਲ ਜੀ ਦੇ ਬਿਆਨ ਤੋਂ, ਕਿ ਤੁਸੀਂ ਕਹਿ ਰਹੇ ਹੋ ਕਿ ਬਿਆਨ ਦੀ ਥਾਂ ਐਕਸ਼ਨ ਹੁੰਦਾ ਹੋਇਆ ਨਜ਼ਰ ਆਵੇ, ਕਿ ਐਕਸ਼ਨ ਕਿਉਂ ਨਹੀਂ ਹੋ ਰਿਹਾ। ਮੈਂ ਇੱਕ ਵਾਰ ਰੁਕ ਕਰਦਾ, SS ਚੰਨੀ ਜੀ ਸਾਡੇ ਨਾਲ BJP ਤੋਂ ਜੁੜੇ ਹੋਏ ਨੇ। ਸਰ, ਐਕਸ਼ਨ ਦਾ ਜ਼ਿਕਰ ਹੋ ਰਿਹਾ, ਪਰ ਤੁਹਾਨੂੰ ਲੱਗਦਾ ਕਿ ਜੇ CM ਇਹ ਜ਼ਿਕਰ ਕਰ ਰਹੇ ਨੇ ਕਿ ਹਾਂ ਐਕਸ਼ਨ ਹੋਏਗਾ, ਸਖਤ ਕਾਰਵਾਈ ਹੋਏਗੀ। ਦੇਖੋ, ਆਮ ਤੌਰ ਤੇ ਕਿਹਾ ਜਾਂਦਾ ਕਿ ਸਰਕਾਰੀ ਸਿਸਟਮ ਦੇ ਵਿੱਚ ਪੂਰੇ ਪ੍ਰੋਸੈਸ ਦੇ ਦੌਰਾਨ ਸਮਾਂ ਤਾਂ ਲੱਗਦਾ ਹੈ, ਤਾਂ ਤੁਹਾਨੂੰ ਲੱਗਦਾ ਕਿ ਸਮਾਂ ਅਜੇ ਦੇਣਾ ਚਾਹੀਦਾ ਹੈ? ਰਿਪੋਰਟਸ ਦਾ ਇੱਕ ਪੂਰਾ ਲਿਆ ਕੇ ਸਾਹਮਣੇ ਰੱਖ ਦਿੱਤਾ ਤੇ CM ਕਹਿ ਰਹੇ ਨੇ ਕਿ ਹਾਂ ਅਸੀਂ ਸਖਤ ਕਾਰਵਾਈ ਕਰਨ ਜਾ ਰਹੇ ਹਾਂ। ਦੇਖੋ ਗੌਰਵ, ਗੱਲ ਇਹ ਹੈਗੀ ਹੈ ਕਿ ਮੈਂ ਕਹਾਂਗਾ ਕਿ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਰਹੀ ਹੈ। ਜੇ ਆਪਾਂ ਕਾਫੀ ਪਿੱਛੇ ਤੱਕ ਚਲੇ ਜਾਈਏ, ਪਹਿਲਾਂ ਤਾਂ ਮੁਗਲਾਂ ਨੇ ਪੰਜਾਬ ਨੂੰ ਲਤਾੜਿਆ
ਫਿਰ ਸਾਡੀ ਪਾਰਟੀਸ਼ਨ ਹੋ ਗਈ, ਉਹਦੇ ਵਿੱਚ ਪੰਜਾਬ ਲਤਾੜਿਆ ਗਿਆ। ਉਸ ਤੋਂ ਬਾਅਦ ਅਸੈਂਬਲੀ ਨਹੀਂ ਸੀ ਤੇ ਫਿਰ ਟੈਰਰਿਜ਼ਮ ਨੇ ਲਤਾੜਤਾ, ਤੇ ਹੁਣ ਅਸੀਂ ਨਾਰਕੋਟਿਕਸ ਟੈਰਰਿਜ਼ਮ ਜਿਹੜਾ ਹੈਗਾ ਉਹਦੇ ਨਾਲ ਅਸੀਂ ਲਤਾੜੇ ਜਾ ਰਹੇ ਹਾਂ। ਔਰ ਸਾਡੀ ਜਿਹੜੀ ਜਵਾਨੀ ਤਾਂ ਜਾ ਹੀ ਰਹੀ ਹੈ, ਇੱਕ ਪੀੜ੍ਹੀ ਆਲਮੋਸਟ ਖਤਮ ਇਹਦੇ ਵਿੱਚ ਉਹ ਹੋ ਗਈ ਜਾਂ ਹੋ ਰਹੀ। ਔਰ ਜਿਹੜੀ ਸਾਡੀ ਡੀਫੇਮ ਹੋ ਗਿਆ ਪੰਜਾਬ ਵਰਲਡ ਵਾਈਡ, ਉਹ ਤੁਸੀਂ ਦੇਖੋ ਉਹਦਾ ਜਿਹੜਾ ਹਰਜਾਨਾ ਮੇਰਾ ਖਿਆਲ ਸ਼ਾਇਦ ਕੋਈ ਸਮਾਂ ਜਾਂ ਕੋਈ ਤਾਕਤ ਜਾਂ ਕੋਈ ਸਰਕਾਰ ਉਹ ਨਹੀਂ ਪੂਰਾ ਕਰ ਸਕਦੀ, ਕਿਉਂਕਿ ਜਿਹੜੀ ਤੋਹਮਤ ਲੱਗ ਜਾਂਦੀ ਹੈ ਨਾ, ਉਹ ਫਿਰ ਤੁਹਾਡੀਆਂ ਕਈ ਪੁਸ਼ਤਾਂ ਤੱਕ ਤੁਹਾਡੇ ਨਾਲ ਰਹਿੰਦੀ ਆ। ਉਹ ਜਿਹੜਾ ਤੁਹਾਨੂੰ ਮਿਲ ਜਾਂਦਾ ਨਾ, ਉਹਦਾ ਇੱਕ ਜਿਹੜਾ ਆਪਾਂ ਕਹਿੰਦੇ ਆ ਅੱਲ ਪੈ ਜਾਂਦੀ ਹੈ, ਉਹ ਅੱਲ ਤੁਹਾਡੇ ਮਗਰੋਂ ਨਹੀਂ ਲੈਂਦੀ, ਉਹ ਸਾਡੇ ਟੈਗ ਲੱਗ ਜਾਂਦਾ ਜੀ। ਹਾਂ, ਟੈਗ ਲੱਗ ਗਿਆ। ਹੁਣ ਇਹ ਗੱਲ ਇਹ ਹੈਗੀ ਹੈ ਕਿ ਦੇਖੋ, ਇਹ ਜਿਹੜੀ ਸਰਕਾਰ ਹੈ, ਜਿਸ ਤਰ੍ਹਾਂ ਅਰਸ਼ਪ੍ਰੀਤ ਨੇ ਵੀ ਕਿਹਾ ਹੈ, ਅਰਸ਼ਦੀਪ ਨੇ ਵੀ ਕਿਹਾ ਕਿ ਇਹ ਜਿਹੜਾ ਜ਼ਿਆਦਾ ਕੰਮ ਹੈਗਾ, ਇਹ ਦੱਸਣ ਕਾਂਗ ਸਾਹਿਬ ਬੈਠੇ ਨੇ ਇੱਥੇ ਕਿ ਇਹ ਪਿਛਲੇ 1 ਸਾਲ ਦੇ ਵਿੱਚ ਕਿਹੜਾ ਰੀਹੈਬ ਸੈਂਟਰ ਚੱਲਿਆ ਪ੍ਰੋਪਰਲੀ, ਕਿੱਥੇ ਟ੍ਰੀਟਮੈਂਟ ਪ੍ਰੋਪਰਲੀ ਹੋਇਆ, ਕਿਉਂਕਿ ਉਹਦੇ ਵਿੱਚ ਤਾਂ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ। ਔਰ ਕੀ ਅਸੀਂ ਜਿਹੜਾ ਜ਼ੁਲਮ ਕਰਦਾ ਹੈ ਉਹਨੂੰ ਨਫ਼ਰਤ ਕਰਦੇ ਹਾਂ ਕਿ ਜੁਰਮ ਨੂੰ ਨਫ਼ਰਤ ਕਰਦੇ ਹਾਂ, ਉਹਦੇ ਬਾਰੇ ਸਾਡੀ ਕੀ ਪਾਲਿਸੀ ਹੈ, ਤੇ ਕੀ ਉੱਥੇ ਜਿਹੜੇ ਸਾਈਕੋਲੋਜਿਸਟ ਨੇ, ਸਾਈਕੈਟਰਿਸਟ ਨੇ, ਡਾਕਟਰਸ ਨੇ, ਨਰਸਿਸ ਨੇ, ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ, ਉੱਥੇ ਸਾਡਾ ਕੀ ਇੰਤਜ਼ਾਮ ਹੈ ਕਿ ਉੱਥੇ ਕੀ ਅਜੇ ਵੀ ਲੋਕ ਲਾਈਨਾਂ 'ਚ ਖੜ ਕੇ ਆ ਜਾਂਦੇ ਨੇ, ਤੇ ਹਾਲਾਂਕਿ ਜਿਹੜਾ ਸਾਨੂੰ ਟ੍ਰੀਟਮੈਂਟ ਉਹ ਤੋਂ ਮਿਲਣਾ ਚਾਹੀਦਾ ਹੈ ਜਾਂ ਜਿਹੜੀ ਸਾਨੂੰ ਸਿੰਪਥੀ ਮਿਲਣੀ ਚਾਹੀਦੀ ਉਹ ਹੈ ਕਿ ਨਹੀਂ। ਇੱਥੋਂ ਤੱਕ ਬਦਨਾਮੀ ਹੋ ਗਈ ਕਿ ਜਿਹੜਾ ਮਕਬੂਲਪੁਰਾ ਪਿੰਡ ਹੈਗਾ ਅੰਮ੍ਰਿਤਸਰ ਦੇ ਵਿੱਚ, ਉਹ ਨੋਨ ਹੈਗਾ ਵਿਲੇਜ ਆਫ ਵਿਡੋਜ਼, ਕਿਉਂਕਿ ਸਾਰੇ ਨਸ਼ੇ ਨੇ ਉੱਥੇ ਜਿਹੜਾ ਨੌਜਵਾਨ ਤਬਕਾ ਖਾ ਲਿਆ। ਹੁਣ ਲੋਕਾਂ ਨੇ ਆਪਦੇ ਜ਼ਮੀਨਾਂ ਵੇਚ ਕੇ, ਘਰ ਵੇਚ ਕੇ, ਇੰਨੇ ਲੋਕ ਡਰੇ ਹੋਏ ਨੇ ਜਦੋਂ ਦੀ ਇਹ ਗੱਲ ਆ ਗਈ। ਮਾਨਯੋਗ ਗਵਰਨਰ ਸਾਹਿਬ ਨੇ ਕਿਹਾ, ਔਰ ਉਹ ਸੱਚੀ ਗੱਲ ਕਿ ਜਿਹੜਾ ਨਸ਼ਾ ਹੈਗਾ ਉਹ ਹੁਣ ਹੋਰ ਵੀ ਤੁਹਾਨੂੰ ਦੱਸ ਦਿੰਦਾ, ਡੀ ਐਡਿਕਸ਼ਨ ਸੈਂਟਰ ਘੱਟ ਨੇ ਕਿਸੇ ਪਿੰਡ ਦੇ ਵਿੱਚ, ਤੇ ਡਰੱਗਸ ਦੇ ਜਿਹੜੇ ਸਟੋਰ ਨੇ ਉਹ ਜ਼ਿਆਦਾ ਨੇ, ਕਿਉਂਕਿ ਡਰੱਗਸ ਦਾ ਧੰਦਾ ਬਹੁਤ ਹੈ ਔਰ ਉਹਦੇ ਵਿੱਚ ਮੁਨਾਫਾ ਬਹੁਤ ਹੈ। ਉਹ ਚੀਜ਼ ਬਹੁਤ ਚੱਲ ਰਹੀ ਹੈ, ਕਿਉਂਕਿ ਥਾਂ ਤੁਹਾਨੂੰ ਦੁਕਾਨਾਂ ਮਿਲ ਜਾਣਗੀਆਂ ਜਿਹਦੇ ਵਿੱਚ ਨਸ਼ੇ ਦੀ ਜਿਹੜੀ ਤੁਹਾਨੂੰ ਕੋਈ ਚੰਗਾ ਮਾੜਾ ਜੋ ਵੀ ਹੈਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਸਿਆਸਤ ਨਾਲੋਂ ਉੱਪਰ ਉੱਠ ਕੇ ਹਰੇਕ ਪੋਲੀਟੀਕਲ ਪਾਰਟੀ ਨੂੰ ਸਰਕਾਰਾਂ ਆਉਂਦੇ ਜਾਂਦੇ ਰਹਿੰਦੇ ਨੇ, ਕੋਈ ਸਰਕਾਰ ਕਦੇ ਪੱਕੀ ਪਰਮਾਨੈਂਟ ਨਹੀਂ ਹੁੰਦੀ, ਪਰ ਸਾਨੂੰ ਇੱਕ ਜਿਹੜੀ ਸਾਡੀ ਜਵਾਨੀ ਹੈ ਤੇ ਜਿਹੜਾ ਸਾਡੇ ਮੱਥੇ ਤੇ ਕਲੰਕ ਲੱਗਿਆ ਹੈਗਾ, ਉਹਦੇ ਵਾਸਤੇ ਹੁਣ ਪਹਿਲੀਆਂ ਸਰਕਾਰਾਂ ਤਾਂ ਨਿਕਲ ਗਈਆਂ। ਹੁਣ ਇਹ ਜਿਹੜਾ ਬਹਾਨਾ ਕੁਝ ਦੇਰੀ ਦਾ ਜਿਹੜਾ ਹੈਗਾ, ਉਹ ਘੱਟੋ ਘੱਟ ਪ੍ਰੈਜ਼ੈਂਟ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਨਾਂ ਨੂੰ ਨਹੀਂ ਇਹ ਕਰਨਾ ਚਾਹੀਦਾ, ਔਰ ਤੁਰੰਤ ਜਿਹੜੀਆਂ ਰਿਪੋਰਟਸ ਨੇ ਪਬਲਿਕ ਕਰਨੀਆਂ ਚਾਹੀਦੀਆਂ ਨੇ। ਜਿਹੜਾ ਪੀਪਲ ਨੂੰ ਜਦੋਂ ਹਾਈ ਕੋਰਟ ਨੇ ਕਹਿਤਾ ਫਿਰ ਤੁਸੀਂ ਪਬਲਿਕ ਡੋਮੇਨ 'ਚ ਪਾ ਦਿਓ, ਇਹ 6 ਦਿਨ ਵੀ ਕਿਉਂ ਲੱਗ, ਉਸੇ ਦਿਨ ਹੀ ਪਾ ਦੇਣੀਆਂ ਚਾਹੀਦੀ ਜਦੋਂ ਇਹਨਾਂ ਦਾ ਕੋਈ ਕਿੰਤੂ ਪ੍ਰੰਤੂ ਨਹੀਂ, ਵਿੱਚ ਇਹਨਾਂ ਦਾ ਕੋਈ ਲੈਣ ਦੇਣ ਨਹੀਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੌਣ ਕਿਹੜਾ ਬੰਦਾ ਇਸ ਧੰਦੇ ਸੀਗਾ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਿਨਾਂ ਕਿਸੇ ਪੇਟਨੇ ਦੇ, ਚਾਹੇ ਉਹ ਪੋਲੀਟੀਕਲ ਹੈ, ਚਾਹੇ ਉਹ ਸਰਕਾਰ ਆਪਣਾ ਅਫਸਰਾਂ ਦੀ ਹੈ, ਚਾਹੇ ਉਹ ਪੁਲਿਸ ਦੀ ਹੈ, ਉਹ ਤੋਂ ਬਿਨਾਂ ਇਹ ਜਿਹੜਾ ਧੰਦਾ ਹੈਗਾ ਉਹ ਕਦੇ ਚੱਲ ਨਹੀਂ ਸਕਦਾ। ਪਰ ਫੋਲੋ ਹੋਣਾ ਤਾਂ ਬਹੁਤ ਵੱਡੀ ਗੱਲ ਹੈ, ਤੇ ਸਾਨੂੰ ਇਸ ਗੱਲ ਕਰਕੇ ਇਦੋਂ ਇੰਪੋਰਟੈਂਟ ਕੋਈ ਮੌਕਾ ਜਾਂ ਇਦੋਂ ਚੰਗਾ ਮੌਕਾ ਸ਼ਾਇਦ ਮੈਂ ਕਹਾਂਗਾ ਸਰਕਾਰ ਵਾਸਤੇ ਨਹੀਂ ਹੋਊਗਾ ਕਿ ਉਹ ਆਪਦੀ ਪੀਆਰਪੀ ਨਾ ਕਰੇ। ਜੀ ਆਪਾਂ ਜਵਾਬ ਲੈ ਲਈਏ। ਹੁਣ ਪੂਰਾ ਨਿਚੋੜ ਜੇ ਆਪਾਂ ਕੱਢਿਆ ਜਾਵੇ ਤਾਂ ਇੱਕ ਪੂਰਾ ਸਰਕਲ ਤਾਂ ਨਜ਼ਰ ਆਉਂਦਾ ਹੈ ਕਿ ਇੱਕ ਵੱਡਾ ਕੋਈ ਪੈਡਲਰ ਹੈ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਕੋਈ ਵਾਈਟ ਕਾਲਰ ਵਾਲਾ ਸ਼ਖਸ ਹੈ, ਉਸ ਤੋਂ ਬਾਅਦ ਪੁਲਿਸ ਦਾ ਵੀ ਇਲਜ਼ਾਮ ਲੱਗਦੇ ਨੇ, ਇੱਕ ਨੈਕਸਸ ਬਣਿਆ ਹੋਇਆ ਹੈ, ਉਸ ਤੋਂ ਬਾਅਦ ਜਿਹੜੇ ਡਰੱਗ ਨੂੰ ਸਪਲਾਈ ਕਰ ਰਹੇ ਨੇ ਪੈਡਲਰਸ ਨੇ, ਉਸ ਤੋਂ ਬਾਅਦ ਜਿਹੜੇ ਛੋਟੇ ਤੁਸੀਂ ਕਹਿ ਸਕਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਸਪਲਾਈ ਕਰ ਰਹੇ ਨੇ, ਫਿਰ ਇੱਕ ਨਸ਼ਾ ਕਰਨ ਵਾਲਾ ਵੀ ਹੈ। ਕੰਗ ਸਾਹਿਬ ਇੱਕ ਇੱਕ ਕਰਕੇ ਜਵਾਬ ਦਿਓ। ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਆਪਣੇ ਟਾਈਮ ਦੇ ਵਿੱਚ ਆਪਾਂ ਜ਼ਰੂਰ ਆਪਣੀ ਗੱਲ ਰੱਖਦੇ ਰਹੀਏ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਕੰਗ ਜੀ ਦੇਖੋ, ਕੁੱਲ ਮਿਲਾ ਕੇ ਗੱਲ ਘੁੰਮ ਫਿਰ ਕੇ ਉੱਥੇ ਆ ਗਈ ਦੋ ਚੀਜ਼ਾਂ ਕਿ ਤੁਸੀਂ ਐਕਸ਼ਨ ਕਿਉਂ ਨਹੀਂ ਕਰ ਰਹੇ, ਬਿਆਨਾਂ ਤੱਕ ਗੱਲਾਂ ਸੀਮਿਤ ਕਿਉਂ ਨੇ, ਔਰ ਦੂਜੀ ਗੱਲ ਜਨਤਕ ਕਰੋ ਨਾ ਸਰ, ਦੱਸੋ ਕਿਹੜੇ ਰਿਪੋਰਟ ਦੇ ਵਿੱਚ ਨਾਮ ਲਿਖੇ ਗਏ ਨੇ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਸਾਡਾ ਪੁੱਤ ਮਾਰਿਆ ਗਿਆ ਜਾਂ ਇਹਨਾਂ ਦੀ ਵਜ੍ਹਾ ਦੇ ਨਾਲ ਪੰਜਾਬ ਨੂੰ ਉੜਦਾ ਪੰਜਾਬ ਕਹਿਣਾ ਪਿਆ ਲੋਕਾਂ ਨੂੰ। ਤੇ ਰਿਪੋਰਟ ਕਿਹਦੇ ਕਹਿਣ ਤੇ ਖੁੱਲੀ ਹੈ? ਗੌਰਵ ਜੀ ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਪ੍ਰੋਸੀਕਿਊਸ਼ਨ ਹੁੰਦੀ ਆ, ਪ੍ਰੋਸੀਕਿਊਸ਼ਨ ਦੇ ਦੌਰਾਨ ਐਡਵੋਕੇਟ ਜਨਰਲ ਆਫਿਸ ਦਾ ਬੜਾ ਵੱਡਾ ਰੋਲ ਹੁੰਦਾ, ਯਾਨੀ ਕਿ ਸਰਕਾਰੀ ਵਕੀਲ ਦਾ, ਜਿਹੜੀ ਸਰਕਾਰ ਹੁੰਦੀ ਆ। ਆਪਾਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕਿ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਸੀ, ਕਾਂਗਰਸ ਦੀ ਸਰਕਾਰ ਸੀ, ਤੇ ਐਡਵੋਕੇਟ ਜਨਰਲ ਤੇ ਉਹਨਾਂ ਨੇ ਇਲਜ਼ਾਮ ਲਾਏ ਸੀ ਬਤੌਰ ਕਾਂਗਰਸ ਪ੍ਰਧਾਨ ਕਿ ਬੇਅਦਬੀ ਵਾਲੇ ਮਾਮਲਿਆਂ ਤੇ ਕਾਂਗਰਸ ਦਾ ਲਾਅ ਡਿਪਾਰਟਮੈਂਟ, ਲਾਅ ਏਜੀ ਆਫਿਸ ਦਾ ਲਾਅ ਅਫਸਰ ਪੇਸ਼ ਵੀ ਨਹੀਂ ਹੁੰਦਾ ਸੀ। ਇਹ ਬਹੁਤ ਵੱਡੀ ਭੂਮਿਕਾ, ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਆ ਉਹ ਸਟੇਟ ਵਾਲੇ ਪਾਸੇ ਆ। ਪ੍ਰੋਸੀਕਿਊਸ਼ਨ ਦੇ ਦੌਰਾਨ ਐਡਵੋਕੇਟ ਜਨਰਲ ਯਾਨੀ ਕਿ ਸਰਕਾਰ ਦਾ ਬੜਾ ਵੱਡਾ ਰੋਲ ਹੁੰਦਾ ਹੈ, ਇਸ ਕਰਕੇ ਇਹਨੂੰ ਮੁਨਕਰ ਨਹੀਂ ਕਰ ਸਕਦੇ।
ਅਗਰ ਸਰਕਾਰ ਦਾ ਰਵੱਈਆ ਪੋਜ਼ਿਟਿਵ ਰਵੇ ਤਾਂ ਸਾਰੀਆਂ ਚੀਜ਼ਾਂ ਸਟ੍ਰੀਮਲਾਈਨ ਕੀਤੀਆਂ ਜਾ ਸਕਦੀਆਂ, ਜਿਸ ਤਰ੍ਹਾਂ ਕਿ ਗੋਲੀ ਕਾਂਡ 'ਚ ਵੀ ਚਾਰਜ ਸ਼ੀਟ ਪੇਸ਼ ਹੋ ਗਈ, ਨਹੀਂ ਤੇ ਦਿਹਾੜਿਆ ਸੀ ਮਾਮਲਾ 8 ਸਾਲਾਂ ਦਾ। ਇਹ ਰਿਪੋਰਟਾਂ ਵੀ ਬੜੇ ਸਾਲਾਂ ਦੀਆਂ ਬੰਦ ਪਈਆਂ ਸੀ। ਦੂਜੀ ਗੱਲ, ਚੋਰ ਮਾਰਨ ਨਾਲ ਮਸਲੇ ਦਾ ਹੱਲ ਨਹੀਂ ਹੋਣਾ। ਪਹਿਲਾਂ ਵੀ ਬੜੇ ਲੋਕ ਪ੍ਰੈਸ ਕਾਨਫਰੰਸਾਂ ਕਰਕੇ ਆ ਫਲਾਨਾ ਫੜ ਲਿਆ ਜੀ, ਢਕਾਨਾ ਫੜ ਲਿਆ। ਮਸਲਾ ਆਇਆ ਪੰਜਾਬ 'ਚ ਨਸ਼ਾ ਲੈ ਕੇ ਕੌਣ ਆਇਆ, ਪੰਜਾਬ 'ਚ ਸਿੰਥੈਟਿਕ ਨਸ਼ੇ ਦਾ ਪੈਦਾਵਾਰ ਕੌਣ ਹੈ, ਪੰਜਾਬ 'ਚ ਨਸ਼ੇ ਦਾ ਸੌਦਾਗਰ ਕੌਣ ਹੈ। ਉਹ ਚੀਜ਼ਾਂ ਇਹ ਰਿਪੋਰਟਾਂ ਦੇ ਆਧਾਰ ਤੇ ਬਾਹਰ ਆਉਣਗੀਆਂ। ਪੰਜਾਬ ਇਹ ਪੁੱਛਦਾ, ਅੱਜ ਸਾਰੇ ਪੰਜਾਬ 'ਚ ਇਸ ਗੱਲ ਦੀ ਫਿਕਰ ਹੈ, ਇਸ ਗੱਲ ਦੀ ਚਰਚਾ ਹੈ। ਆਫ ਦਾ ਰਿਕਾਰਡ ਤੇ ਸਾਰੇ ਨਾਂ ਲੈਂਦੇ ਆ, ਸਾਰਿਆਂ ਨੂੰ ਪਤਾ ਵੀ ਆ, ਲੇਕਿਨ ਕਾਨੂੰਨੀ ਤੌਰ ਤੇ ਜਿੰਨਾ ਚਿਰ ਬੰਦੇ ਦਾ ਨਾਂ ਸਾਹਮਣੇ ਨਾ ਆਵੇ, ਉਹਨੂੰ ਆਪਾਂ ਕਨਵਿਕਟ ਜਿੰਨਾ ਚਿਰ ਨਾ ਹੋਵੇ ਤਾਂ ਕਹਿ ਵੀ ਨਹੀਂ ਸਕਦੇ। ਇਸ ਕਰਕੇ ਇਹ ਬੜਾ ਜ਼ਰੂਰੀ ਆ, ਇਹ ਬੜਾ ਜ਼ਰੂਰੀ ਹੈ ਕਿ ਰਿਪੋਰਟਾਂ ਦੇ ਹਿਸਾਬ ਨਾਲ ਜਿਹੜਾ ਚੋਰ ਦੀ ਮਾਂ ਮਾਰਨ ਵਾਲੇ ਉਸ ਮੁਕਾਮ ਤੇ ਅਗਰ ਲੈ ਕੇ ਆਇਆ ਤੇ ਆਮ ਆਦਮੀ ਪਾਰਟੀ ਲੈ ਕੇ ਆਈ ਹੈ। ਇਹਦੇ 'ਚ ਕੋਈ ਮੁਨਕਰ ਨਹੀਂ ਸਕਦਾ। ਤੁਹਾਡਾ ਪੁਆਇੰਟ ਵੈਲਿਡ ਹੈ, ਤੁਹਾਡਾ ਪੁਆਇੰਟ ਵੈਲਿਡ ਹੈ, ਪਰ ਸਰ ਮੇਰਾ ਛੋਟਾ ਜਿਹਾ ਸਵਾਲ, ਥੋੜਾ ਛੋਟਾ ਜਵਾਬ ਰੱਖਿਓ ਤਾਂ ਕਿ ਮੈਂ ਵਾਰ-ਵਾਰ ਤੁਹਾਡੇ ਕੋਲ ਆ ਸਕਾਂ। ਜਿਹੜਾ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ, ਰਿਪੋਰਟਾਂ 'ਚ ਜੇਕਰ ਨਾਮ ਆ ਗਿਆ ਤਾਂ ਬੜਾ ਫਿਰ ਸੋਲਿਡ ਹੋਏਗਾ ਨਾ, ਪੂਰੀ ਜਾਂਚ ਤੋਂ ਬਾਅਦ ਰਿਪੋਰਟ ਤਿਆਰ ਹੋਈ ਹੈ ਤਾਂ ਉਸ ਨੂੰ ਜਨਤਕ ਕਰਨ ਦੇ ਵਿੱਚ ਕੀ ਕਿੰਤੂ ਪਰੰਤੂ ਹੈ? ਹਾਈ ਕੋਰਟ ਕਹਿ ਰਿਹਾ ਜਨਤਕ ਕਰ ਦਿਓ ਫਿਰ ਜਨਤਕ। ਮੈਂ ਇਹੀ ਤੇ ਕਿਹਾ ਕਿ ਇਹ ਤੇ ਹੁਣ ਸਰਕਾਰ, ਇਹ ਹਰ ਚੀਜ਼ ਦਾ ਇੱਕ ਪ੍ਰੋਸੀਜਰ ਹੈ। ਹੁਣ ਸਰਕਾਰ ਐਜ ਅ ਸਟੇਟ ਦੇ ਮੁਖੀਆ ਹੋਣ ਦੇ ਨਾਤੇ ਚੀਫ ਮਿਨਿਸਟਰ ਅੱਜ ਮੁੱਖ ਮੰਤਰੀ ਜੀ ਨੇ ਇਨਫੋਰਮ ਕਰਤਾ ਵੀ ਰਿਪੋਰਟਸ ਆ ਗਈਆਂ, ਆਉਣ ਵਾਲੇ ਦਿਨਾਂ 'ਚ ਐਕਸ਼ਨ ਹੋਊ। ਇਹੀ ਇਹਦੇ 'ਚ ਮੈਨੂੰ ਲੱਗਦਾ ਵਿਰੋਧੀ ਪਾਰਟੀਆਂ ਨੂੰ ਅੱਜ ਇਹਦਾ ਸਵਾਗਤ ਕਰਨਾ ਚਾਹੀਦਾ। ਠੀਕ ਹੈ, ਖੜਿਆਲ ਸਾਹਿਬ ਦਾ ਸਵਾਲ ਹੈ, ਉਹ ਕੁਝ ਕਹਿਣਾ ਵੀ ਚਾਹ ਰਹੇ ਨੇ, ਕਹਿੰਦੇ ਰਿਪੋਰਟ ਕਿਸ ਦੇ ਕਹਿਣ ਦੇ ਉੱਤੇ ਖੁੱਲੀ, ਇਹ ਦੱਸ ਦਿਓ। ਨਹੀਂ, ਇਹ ਤਾਂ ਸਾਰਿਆਂ ਨੂੰ ਪਤਾ ਹੈ ਨਾ ਪੰਜਾਬ 'ਚ ਨਸ਼ੇ ਦੀ ਪ੍ਰੋਬਲਮ ਹੈ। ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਹਦੇ ਤੇ ਇਲਜ਼ਾਮ ਲੱਗਦੇ ਰਹੇ ਤੇ ਕੌਣ ਲਾਉਂਦੇ ਰਹੇ। ਇਹ ਵੀ ਸਾਰਿਆਂ ਨੂੰ ਪਤਾ ਹੈ ਵੀ ਬਚਾਉਂਦੇ ਵੀ ਰਹੇ। ਕੀ ਰਿਪੋਰਟ ਆਮ ਆਦਮੀ ਪਾਰਟੀ ਦੇ ਕਹਿਣ ਤੇ ਖੁੱਲੀ ਹੈ ਜਾਂ ਨਾ? ਲੋਕਾਂ ਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਉਮੀਦ ਵੱਜ ਗਈ। ਅੱਜ ਪੰਜਾਬ ਦੇ ਲੋਕਾਂ ਨੂੰ ਉਮੀਦ ਵੱਜ ਗਈ ਕਿ ਭਗਵੰਤ ਸਿੰਘ ਮਾਨ ਜਿਹੜੇ ਮਾਨਯੋਗ ਮੁੱਖ ਮੰਤਰੀ, ਠੀਕ ਹੈ, ਤੁਹਾਡਾ ਜਵਾਬ ਆ ਗਿਆ ਸਰ। ਮੈਂ ਖੜਿਆਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਖੜਿਆਲ ਸਾਹਿਬ ਮੇਰਾ ਠੀਕ ਹੈ ਕਾਂਗ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਥੋੜਾ ਵੇਟ ਕਰੋ। ਬੜਾ ਸਪੈਸੀਫਿਕ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਕਹਿਣ ਤੇ ਰਿਪੋਰਟ ਖੁੱਲੀ ਹੈ। ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਜਿਹੜੇ ਨੌਜਵਾਨੀ ਨੂੰ ਇਸ ਦਲਦਲ 'ਚ ਧੱਕਿਆ ਕੌਣ ਹੈ, ਉਹਦਾ ਹੁਣ ਖੁਲਾਸਾ ਹੋਣ ਵਾਲਾ ਹੈ। ਇੰਤਜ਼ਾਰ ਹੈ ਸਰ। ਮੈਨੂੰ ਲੱਗਦਾ ਵਿਰੋਧੀ ਪਾਰਟੀਆਂ ਨੂੰ ਸਵਾਗਤ ਕਰਨਾ ਚਾਹੀਦਾ ਇਹਦਾ ਤੇ ਕਿੰਤੂ ਪਰੰਤੂ ਕਹਦਾ ਸਵਾਗਤ। ਠੀਕ ਹੈ, ਇੱਕ ਵਾਰੀ ਸਵਾਲ ਲੈ ਲਓ ਸਰ, ਸਵਾਲ ਲੈ ਲਓ। ਕੁਝ ਕਹਿਣਾ ਚਾਹ ਰਹੇ ਨੇ, ਮੈਂ ਕਾਂਗ ਜੀ ਤੁਹਾਡੇ ਕੋਲ ਵਾਪਸ ਆ ਰਿਹਾ, ਤੁਹਾਡੇ ਕੋਲ ਬਾਰ-ਬਾਰ ਵਾਪਸ ਆਉਂਗਾ, ਇਸ ਕਰਕੇ ਰਿਕੁਐਸਟ ਹੈ ਕਿ ਥੋੜਾ ਛੋਟਾ ਜਵਾਬ ਜ਼ਰੂਰ ਰੱਖਿਓ। ਖੜਿਆਲ ਸਾਹਿਬ। ਗੌਰਵ ਜੀ, देयर इज अ रीजन एज टू व्हाई वी कॉल इट अ डिबेट। ਇਹ ਆਪਣਾ ਮੋਨੋਲੋਗ ਹੈ, ਇੰਟਰਵਿਊ ਤਾਂ ਹੈ ਨਹੀਂ, ਇਹ ਡਿਬੇਟ ਹੈ। ਸਵਾਲ ਹੋਊਗਾ, ਜਵਾਬ ਦਿਓ। ਸਰਕਾਰ ਹੈ, ਲੋਕਤੰਤਰ ਹੈ। ਸਵਾਲ ਬੜਾ ਸਪੈਸੀਫਿਕ ਹੈ, ਦਰਸ਼ਕ ਸੁਣਨ ਤੇ ਦੇਖਣ ਤੇ ਸਮਝਣ ਇਸ ਚੀਜ਼ ਨੂੰ। ਮੇਰਾ ਸਰਕਾਰ ਨੂੰ ਸਵਾਲ ਹੈ ਕਿ ਕੀ ਤੁਹਾਡੇ ਕਹਿਣ ਤੇ ਰਿਪੋਰਟਾਂ ਖੁੱਲੀਆਂ, ਹਾਂ ਜਾਂ ਨਾ? ਕਾਂਗ ਸਾਹਿਬ ਮੇਰੀ ਗੱਲ ਸੁਣੋ, ਇਹ ਸਵਾਲ ਜਵਾਬ ਮੈਨੂੰ ਪਤਾ ਆ। ਮੈਂ 15 ਮਿੰਟ ਤੁਹਾਡੇ ਵਿੱਚ ਬੋਲਿਆ ਨਹੀਂ। ਜਦੋਂ ਮੈਨੂੰ ਐਂਕਰ ਨੇ ਅਲਾਉ ਕੀਤਾ ਤਾਂ ਮੈਂ ਬੋਲਣਾ ਸ਼ੁਰੂ ਕੀਤਾ ਹੈ। ਨਹੀਂ ਠੀਕ ਹੈ, ਕੋਈ ਗੱਲ ਨਹੀਂ ਸਰ, ਮੇਰਾ ਕੰਮ ਤਾਂ ਹੈ ਕਿ ਆਪਾਂ ਸਾਰਿਆਂ ਦਾ ਪੱਖ ਜਾਣ ਸਕੀਏ। ਮੈਂ ਵਿੱਚ ਨਹੀਂ ਬੋਲਦਾ ਕਦੀ ਵੀ, ਮੈਂ ਵਿੱਚ ਨਹੀਂ। ਜਿੱਥੋਂ ਤੱਕ ਗੱਲ ਹੈ ਰਿਪੋਰਟਾਂ ਦੀ, ਮੈਂ ਗੱਲ ਹੀ ਆਪਣੀ ਤੋਂ ਸ਼ੁਰੂ ਕੀਤੀ। ਪ੍ਰੋਸੀਕਿਊਸ਼ਨ ਦੇ ਦੌਰਾਨ ਸਟੇਟ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੀ। ਜੇ ਸਟੇਟ ਦੀ ਨੀਅਤ ਸਾਫ਼ ਨਾ ਹੋਵੇ ਤੇ ਸੁਨੀਲ ਜਾਖੜ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਤੇ ਕਾਂਗਰਸ ਦੇ ਐਡਵੋਕੇਟ ਜਨਰਲ ਤੇ ਇਲਜ਼ਾਮ ਲਾਏ ਸੀ, ਇਸ ਤਰ੍ਹਾਂ ਅੱਖਾਂ ਮੀਚ ਵੀ ਲੈਂਦੇ ਆ। ਇਸ ਕਰਕੇ ਸਰਕਾਰ ਜੇ ਚਾਹਵੇ ਨਾ, ਸਰਕਾਰ ਟਾਲਮਟੋਲ ਤਰੀਕ ਤੇ ਲਈ ਜਾਣੀ ਸਕਦੀ ਹੈ। ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ, ਆਮ ਤੌਰ ਤੇ ਗੱਲਾਂ ਹੁੰਦੀਆਂ ਨੇ। ਗੌਰਵ ਜੀ, ਹੁਣ ਮੈਨੂੰ ਕਾਈਂਡਲੀ ਠੀਕ ਹੈ, ਮੈਂ ਕੰਗ ਸਾਹਿਬ ਤੁਹਾਡੇ ਕੋਲ ਵਾਪਸ ਆ ਰਿਹਾ। ਟਾਲਣਾ ਹੋਵੇ ਠੀਕ ਹੈ, ਇਹ ਤਾਂ ਤਰੀਕ ਲੈਣੀ ਬੜੀ ਸੌਖੀ ਹੈ। ਠੀਕ ਹੈ ਕੰਗ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਖੜਿਆਲ ਸਾਹਿਬ, ਬੜਾ ਵੈਲਿਡ ਪੁਆਇੰਟ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿਸ ਦੇ ਕਹਿਣ ਦੇ ਉੱਤੇ ਹੋਈ, ਪਰ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਰਿਪੋਰਟਾਂ ਖੋਲਣ ਨੂੰ ਹਾਈ ਕੋਰਟ ਨੇ ਕਿਹਾ। ਉਹ ਕਿਸ ਦੀ ਵਜ੍ਹਾ ਨਾਲ ਹੋ ਰਿਹਾ ਨਹੀਂ ਹੋ ਰਿਹਾ, ਇੱਕ ਪੁਆਇੰਟ ਵੱਖਰਾ ਹੋ ਸਕਦਾ ਹੈ, ਪਰ ਤੁਹਾਡੇ ਸਮੇਂ ਨਹੀਂ ਹੋਇਆ ਨਾ, ਤੁਹਾਡੇ ਸਮੇਂ ਨਹੀਂ ਹੋਇਆ। ਹੁਣ ਮੇਰਾ ਜਵਾਬ ਲਓ ਪਹਿਲਾਂ ਤਾਂ ਇੱਕ ਸੈਕਿੰਡ। ਇਹ ਜਿਹੜੀਆਂ ਰਿਪੋਰਟਾਂ ਖੁੱਲ ਰਹੀਆਂ, ਜਿਹੜੀ ਕਾਰਵਾਈ ਹੋਊਗੀ ਉਹ ਕਿਹਦੇ ਕਰਕੇ ਹੋਊਗੀ? ਸਾਡੇ ਰਾਜ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਤਾਂ ਹੀ ਉਹਨਾਂ ਦੇ ਖਿਲਾਫ ਹੋਊਗੀ। ਜੇ ਸਾਡੇ ਰਾਜ ਚ ਇਨਵੈਸਟੀਗੇਸ਼ਨ ਨਾ ਹੁੰਦੀ, ਨਾ ਰਿਪੋਰਟ ਹਾਈ ਕੋਰਟ ਜਾਂਦੀ, ਨਾ ਹਾਈ ਕੋਰਟ ਚ ਰਿਪੋਰਟ ਖੁੱਲਦੀ, ਨਾ ਕਾਰਵਾਈ ਹੁੰਦੀ। ਅਕਾਲੀ ਦਲ ਕਹਿ ਰਹੇ ਨਹੀਂ, ਤੁਸੀਂ ਸੁਣਿਆ ਹੋਏਗਾ, ਕਲੇਰ ਸਾਹਿਬ ਕਹਿ ਰਹੇ ਸੀ ਕਿ ਜਿਹੜੀ ਜਾਂਚ ਟੀਮਾਂ ਬਣੀਆਂ ਨੇ ਉਹਨਾਂ ਦੇ ਟਾਈਮ ਚ ਬਣੀਆਂ, ਫਿਰ ਉਹ ਕਹਿਣਗੇ ਨਾ ਜਾਂਚ ਟੀਮਾਂ ਬਣਦੀਆਂ ਨਾ ਰਿਪੋਰਟ ਆਉਂਦੀ। ਰਿਪੋਰਟ ਸਭ ਤੋਂ ਇੰਪੋਰਟੈਂਟ ਹੈ ਇੱਥੇ, ਰਿਪੋਰਟ ਪੈਰਾਮਾਊਂਟ ਹੈ। ਰਿਪੋਰਟ ਕਿਹਦੇ ਟਾਈਮ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਈ? ਕਾਂਗਰਸ ਪਾਰਟੀ ਦੇ ਟਾਈਮ ਦੇ ਵਿੱਚ। ਜੇ ਰਿਪੋਰਟ ਕੱਢ ਦੋਗੇ ਤਾਂ ਕਿਹੜੀ ਕਾਰਵਾਈ, ਕਿਹੜਾ ਐਕਸ਼ਨ, ਕਿਹੜੇ ਬੰਦੇ? ਦੂਜੀ ਗੱਲ, ਗੌਰਵ ਜੀ ਤੁਸੀਂ ਕਿਹਾ ਇਹ ਕਿ ਇਹ ਪੁਆਇੰਟ ਬੜਾ ਵੈਲਿਡ ਹੈ, ਇਹ ਵਾਟ ਅਬਾਊਟਰੀ ਕਹਿੰਦੇ ਇਹਨੂੰ। ਇੱਕ ਸਵਾਲ ਨੂੰ ਸਵਾਲ ਨਾਲ ਆਪਣਾ ਕਾਊਂਟਰ
कोशिश कर रहे हैं कंग साहब, लेकिन सवाल जवाब नहीं है। जवाब दो, इस चीज का आंसर दो कि ਤੁਸੀਂ ਇਹ ਕਿਹਾ ਵੀ ਰਿਪੋਰਟਾਂ ਖੋਲੋ ਕੋਰਟ ਦੇ ਵਿੱਚ ਜਾਂ ਨਹੀਂ ਕਿਹਾ। ਇਹ ਜਵਾਬ ਕਿਉਂ ਨਹੀਂ ਦੇ ਰਹੇ, ਉਹ ਲੋਕਾਂ ਨੂੰ ਪਤਾ ਹੈ। ਖੜਿਆਲ ਸਾਹਿਬ, ਤੁਹਾਨੂੰ ਲੱਗਦਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਦੀ ਵਜ੍ਹਾ ਦੇ ਨਾਲ ਰਿਪੋਰਟਾਂ ਪਹੁੰਚੀਆਂ ਤੇ ਅੱਜ ਕਾਰਵਾਈ ਦਾ ਜ਼ਿਕਰ ਬਿਲਕੁਲ 100% ਦੂਜੀ ਗੱਲ, ਕਿਉਂਕਿ ਇਹਨਾਂ ਨੇ ਕੰਗ ਸਾਹਿਬ ਨੇ ਕਾਈਂਡਲੀ ਮੇਰੇ ਟਾਈਮ ਨਾ ਬੋਲਣ, ਕੰਗ ਸਾਹਿਬ ਮੇਰੇ ਕਾਈਂਡਲੀ ਟਾਈਮਸ ਨਾ ਬੋਲੋ, ਜੇ ਮੈਂ ਇੰਟਰਪਟ ਵੀ ਕੀਤਾ ਸਪੈਸਿਫਿਕ ਸਵਾਲ ਪੁੱਛਿਆ ਬੜਾ ਬਰੀਕ। ਦੂਜੀ ਗੱਲ, ਤੁਸੀਂ ਕਿਉਂਕਿ ਇਹ ਗੱਲ ਕਹੀ, ਥੈਂਕ ਯੂ, ਕਿਉਂਕਿ ਕੰਗ ਸਾਹਿਬ ਤੁਸੀਂ ਇਹ ਬਿਆਨ ਦਿੱਤਾ ਡਿਬੇਟ ਦੇ ਵਿੱਚ ਨਾ ਕਿ ਸਰਕਾਰ ਦੇ ਇਨੀਸ਼ੀਏਟਿਵ ਕਰਕੇ ਹੋ ਰਿਹਾ ਹੈ। मैं ता सवाल पूछा, अदरवाइज आई वुडंट हैव आस्क्ड यू दिस क्वेश्चन। नंबर 3, 12 महीने हो गए गौरव जी, मेरे टाइम मैं आ रहे कंग साहब आ रहे हैं, थोड़ा वेट करो सर, थोड़ा प्लीज थोड़ा वेट करो, थैंक यू। सो दूजी गल, 12 ਮਹੀਨਿਆਂ ਦੇ ਵਿੱਚ ਇਹ ਸਰਕਾਰ ਨੇ ਜੇ ਕੁਝ ਕਰਨਾ ਹੁੰਦਾ ਡਰੱਗਸ ਪ੍ਰਤੀ ਇਹ ਕਰ ਦਿੰਦੇ, ਲੇਕਿਨ ਹਾਲਾਤ ਇਹ ਹੋਏ ਹੈ। ਇਹ ਸਰਕਾਰ ਨੇ ਕਿਹਾ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, ਔਨ ਰਿਕਾਰਡ ਬਿਆਨ ਦਿੱਤੇ, ਵਾਅਦੇ ਕੀਤੇ, ਆਸ਼ਵਾਸਨ ਦਿੱਤੇ। ਹੋਇਆ ਜਵਾਬ ਲੈਣਾ ਹੈ ਗੌਰਵ ਜੀ ਕਾਈਂਡਲੀ 30 ਸੈਕਿੰਡਸ ਹੋਣੀ, 30 ਅੱਧਾ ਮਿੰਟ ਜੀ। ਸੋ ਨਸ਼ਾ ਵਧਿਆ, ਡਰੱਗ ਮੈਨੇਜ ਵਧੀ, ਡਰੱਗ ਪੈਡਲਰਸ ਵਧੇ, ਡਰੱਗ ਯੂਜ਼ਰਸ ਵਧੇ, ਹੈਰੋਇਨ ਦੀ ਰਿਕਵਰੀ, ਪੋਪੀਅਸ ਦੀ ਰਿਕਵਰੀ, ਓਪੀਐਮ ਦੀ ਰਿਕਵਰੀ, ਹੋਰ ਚੀਜ਼ਾਂ ਦੀ ਰਿਕਵਰੀ ਵੀ ਵਧੀ ਹੈ। ਔਨ ਰਿਕਾਰਡ ਸਟੈਟਿਸਟਿਕਸ ਕਹਿੰਦੇ ਹੈ ਪੈਡਲਰ, ਮੈਂ ਇਹਨਾਂ ਨੂੰ ਪੁੱਛਿਆ ਸੀ ਇੱਕ ਵੱਡੀ ਮੱਛੀ ਦੱਸ ਦਿਓ ਜਿਹਦੇ ਖਿਲਾਫ ਐਕਸ਼ਨ ਲਿਆ, ਕੋਈ ਜਵਾਬ ਨਹੀਂ। ਦੂਜਾ ਇਹ ਦੱਸ ਦੋ, ਇਹ ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਜੋ ਪਹਿਲਾਂ ਨਸ਼ੇ ਦੇ ਖਿਲਾਫ ਬੜਾ ਕੁਝ ਬੋਲਦੇ ਸੀ, ਬਾਅਦ ਯੂ ਟਰਨ ਮਾਰਿਆ, ਉਹਨਾਂ ਦਾ ਸਟੈਂਡ ਤਾਂ ਦੱਸ ਦੋ ਇਸ ਇਸ਼ੂ ਨੂੰ ਲੈ ਕੇ ਹੈ ਕੀ। ਦੂਜਾ ਕਲੇਰ ਸਾਹਿਬ ਨੇ ਗੱਲ ਕੀਤੀ, ਕਹਿੰਦੇ ਰਾਹੁਲ ਜੀ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜੇ ਲੌਜਿਕ ਨਾਲ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਖੀਏ, ਤੁਹਾਡੇ ਲੀਡਰਸ ਨੇ ਬੜੀ ਦਫਾ ਕਿਹਾ ਵੀ ਪੰਜਾਬ ਦੇ ਵਿੱਚ ਬੜਾ ਲੋਕ ਨਸ਼ਾ ਕਰ ਰਹੇ ਹੈ, ਬੜੇ ਲੋਕ ਆਪਣਾ ਪੈਡਲਰਸ ਹੈ, ਬੜੇ ਲੋਕ ਯੂਜ਼ਰਸ ਹੈ, ਮਤਲਬ ਤੁਸੀਂ ਵੀ ਡਿਫੇਮ ਕਰ ਰਹੇ ਹੋ ਪੰਜਾਬ। ਚਲੋ ਠੀਕ ਹੈ, ਮੈਂ ਜਵਾਬ ਲੈ ਜਵਾਬ ਦਿਓ। ਥੋੜਾ ਵੇਟ ਕਰਿਓ ਕੰਗ ਸਾਹਿਬ, ਥੋੜਾ ਵੇਟ ਕਰਿਓ ਪਲੀਜ਼। ਕਲੇਰ ਸਾਹਿਬ ਦੇਖੋ, ਗੱਲ ਉੱਥੇ ਆ ਰਹੀ ਹੈ, ਕਹਿੰਦੇ ਕਿ ਕਾਂਗਰਸ ਦੇ ਸਮੇਂ ਦੇ ਵਿੱਚ ਜੇ ਰਿਪੋਰਟਸ ਜਾਂਦੀਆਂ ਨਾ ਤਾਂ ਅੱਜ ਰਿਪੋਰਟ ਖੁੱਲਣ ਦੀ ਜਾਂ ਕਾਰਵਾਈ ਦਾ ਕੋਈ ਜ਼ਿਕਰ ਹੀ ਨਾ ਹੋ ਰਿਹਾ ਹੁੰਦਾ। ਮੈਂ ਗੌਰਵ ਜੀ ਚੀਜ਼ਾਂ ਨੂੰ ਨਾ ਬਿਲਕੁਲ ਇੱਕ ਸਟ੍ਰੇਟ ਫਾਰਮ ਦੇ ਵਿੱਚ ਰੱਖਦਾ। ਦੇਖੋ ਬਹੁਤ ਜ਼ਿਆਦਾ ਗਲਤ ਬਿਆਨੀ ਹੋ ਰਹੀ ਹੈ। ਮੈਂ ਬਾਰ-ਬਾਰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਸਭ ਤੋਂ ਵੱਡੀ ਕਾਰਵਾਈ ਅੱਜ ਤੱਕ ਜੇ ਡਰੱਗ ਦੇ ਕੇਸ 'ਚ ਹੋਈ ਤਾਂ ਸਾਡੇ ਸਮੇਂ ਦੇ ਵਿੱਚ ਹੋਈ ਜਦੋਂ ਜਗਦੀਸ਼ ਭੋਲਾ ਫੜਿਆ ਗਿਆ। ਉਸ ਸਮੇਂ ਜਿਹੜੇ ਬੰਦੇ ਕੁਝ ਫੜੇ ਗਏ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ। ਉਹਨਾਂ ਨੇ ਉੱਥੇ ਜਾ ਕੇ ਕਿਹਾ ਕਿ ਜੀ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਹੈ, ਸਾਡੀ ਇਨਵੈਸਟੀਗੇਸ਼ਨ ਹੈ, ਇਹ ਸੀਬੀਆਈ ਨੂੰ ਭੇਜ ਦਿਓ। ਸੋ ਜਸਟਿਸ ਸੂਰਿਆਕਾਂਤ ਤੇ ਪੀ ਬਜੰਤਰੀ ਸਾਹਿਬ ਦਾ ਜਿਹੜਾ ਬੈਂਚ ਸੀ ਉਹ ਸੁਣਵਾਈ ਕਰ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਨਹੀਂ, ਸੀਬੀਆਈ ਨੂੰ ਨਹੀਂ ਭੇਜਾਂਗੇ, ਇਹ ਪੰਜਾਬ ਪੁਲਿਸ ਹੀ ਕਰੂਗੀ, ਬਟ ਇੱਕ ਹਾਈ ਕੋਰਟ ਮੋਨੀਟਰਡ ਸਿਟ ਬਣ ਗਈ। ਮੈਂ ਪਹਿਲੇ ਪਾਰਟ 'ਚ ਕੀ ਗੱਲ ਕਹੀ ਸੀ ਕਿ ਇਹ ਜੁਡੀਸ਼ੀਅਲ ਸਕਰੂਟਨੀ 'ਚ 2014-15 ਤੋਂ ਹੀ ਮੈਟਰ ਆ ਗਏ ਸੀ। ਸੋ ਹਾਈ ਕੋਰਟ ਮੋਨੀਟਰਡ ਸਿਟ ਸੀ ਜਿਹੜੀ ਹਾਈ ਕੋਰਟ ਨੂੰ ਆਨਸਰੇਬਲ ਸੀ, ਜਿਹਦੇ 'ਚ ਆਈਪੀਐਸ ਆਫੀਸਰ ਸੀ 3 ਮੈਡਮ ਵੀ ਨੀਰਜਾ ਨਗੇਸ਼ਵਰ ਰਾਓ, ਔਰ ਉਹ ਆਈਪੀਐਸ ਆਫੀਸਰ ਸੀ ਜਿਹੜੇ ਪੰਜਾਬ ਤੋਂ ਬਾਹਰਲੇ ਸੀ ਤਾਂ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਹੋ ਸਕੇ। ਹਾਈ ਕੋਰਟ ਨੇ ਸਾਰੇ ਕੇਸਾਂ ਦੀ ਇਨਵੈਸਟੀਗੇਸ਼ਨ ਕਰਾਈ ਇਨ ਐਂਡ ਆਊਟ। ਜਿੱਦਾਂ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਜੇ ਕੋਈ ਬੇਕਸੂਰ ਫਸਾਇਆ ਉਹਨੂੰ ਛੱਡ ਦਿਓ, ਜੇ ਕੋਈ ਕਸੂਰਵਾਰ ਰਹਿ ਗਿਆ ਜਾਂ ਕੋਈ ਡਰੱਗ ਪੈਡਲਰ ਰਹਿ ਗਿਆ ਉਹਨੂੰ ਇਨਕਲੂਡ ਕਰ ਲਿਓ। ਇਹ ਹਾਈ ਕੋਰਟ ਮੋਨੀਟਰਡ ਇਨਵੈਸਟੀਗੇਸ਼ਨ ਚੱਲਦੀ ਰਹੀ ਔਰ ਹਾਈ ਕੋਰਟ ਦੇ ਵਿੱਚ ਰਿਪੋਰਟਾਂ ਦਾਖਲ ਵੀ ਹੋਈਆਂ। ਦੇਖੋ ਇੱਕ ਪਾਰਟ ਇਹਦਾ ਇਹ ਹੈ। ਦੂਜਾ ਪਾਰਟ ਜਿਹੜਾ ਖਡਿਆਲ ਸਾਹਿਬ ਹੋਰੀ ਵਾਵਾ ਖੱਟ ਰਹੇ, ਬਾਰ-ਬਾਰ ਇਹਨਾਂ ਨੇ ਬਿਕਰਮ ਜੀ ਦਾ 2-3 ਵਾਰੀ ਨਾਮ ਲਿਆ, ਇਹਨਾਂ ਨੇ ਇੱਕ ਚਟੋਪਾਧਿਆ ਨੇ ਰਿਪੋਰਟ ਚੱਕੀ। ਹੁਣ ਚਟੋਪਾਧਿਆ ਵੀ ਹਾਈ ਕੋਰਟ ਆਉਣਗੇ। ਮੈਂ ਤਾਂ ਸਿੱਧਾ ਸਪਸ਼ਟ ਕਹਿਣਾ ਕਿ ਜਿਹੜੀ ਰਿਪੋਰਟ ਚੱਕ ਕੇ ਕਾਂਗਰਸ ਨੇ ਪਰਚਾ ਦਿੱਤਾ, ਹਾਈ ਕੋਰਟ ਤੋਂ ਕਮੈਂਟਸ ਕਾਲ ਕੀਤੇ, ਉਹ ਰਿਪੋਰਟ ਹਾਈ ਕੋਰਟ ਨੇ ਦੁਬਾਰਾ ਪੰਜਾਬ ਸਰਕਾਰ ਨੂੰ ਵਾਪਸ ਕਰਤੀ ਸੀ ਔਰ ਹਾਈ ਕੋਰਟ ਨੇ 2 ਅਫਸਰਾਂ ਦੀ ਐਸਆਈਟੀ ਬਣਾਈ ਜਿਹੜੇ ਕਿ ਮੌਜੂਦਾ ਡੀਜੀਪੀ ਸੀ ਤੇ ਐਡੀਸ਼ਨਲ ਚੀਫ ਸੈਕਟਰੀ ਕਲਸੀ ਸਾਹਿਬ ਦੀ ਇੱਕ ਐਸਆਈਟੀ ਬਣਾਈ। ਉਹਨਾਂ ਨੂੰ ਕਿਹਾ ਕਿ ਉਹ ਰਿਪੋਰਟ ਦੇ ਉੱਤੇ ਆਪਣੇ ਕਮੈਂਟ ਸਬਮਿਟ ਕਰੋ। ਠੀਕ ਹੈ, ਉਹ ਜਿਹੜੀ ਰਿਪੋਰਟ ਹੈ ਕਮੈਂਟਸ ਵਾਲੀ, ਉਹ ਪੰਜਾਬ ਸਰਕਾਰ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਉਹਦਾ ਜ਼ਿਕਰ ਹੀ ਨਹੀਂ ਕਰਦੀ ਕਿ ਜੋ ਉਸ ਸਮੇਂ ਦੇ ਡੀਜੀ ਤੇ ਐਡੀਸ਼ਨਲ ਸੀਐਸ ਨੇ ਇੱਕ ਰਿਪੋਰਟ ਪੇਸ਼ ਕੀਤੀ, ਉਹ ਰਿਪੋਰਟ ਖੁੱਲ ਗਈ। ਉਹ ਰਿਪੋਰਟ ਦੇ ਵਿੱਚ ਕੀ ਤੱਥ ਨੇ ਇਹ ਇਹਨਾਂ ਨੂੰ ਦੱਸਣਾ ਪਊਗਾ। ਔਰ ਜਿਹੜੀ ਤੀਸਰੀ ਗੱਲ ਹੈ, ਦੇਖੋ ਮੈਂ ਅੱਜ ਫੇਰ ਦੁਬਾਰਾ ਕਹਿਣਾ ਕਿ ਆਪਾਂ 3 ਰਾਤਾਂ ਲਈ 4 ਰਾਤਾਂ ਲਈ ਇੱਕ ਡੀਜੀਪੀ ਲਾ ਦਈਏ, ਉਹ ਤੋਂ ਇੱਕ ਝੂਠਾ ਪਰਚਾ ਦਰਜ ਕਰਾ ਦਈਏ, ਫਿਰ ਉਹਦੇ ਆਪਾਂ ਚੈਨਲ ਤੇ ਬਹਿ ਕੇ ਵਾਹ-ਵਾਹੀ ਖੱਟੀਏ ਵੀ ਅਸੀਂ ਕਾਰਵਾਈ ਕਰਤੀ। ਇਸ ਤਰੀਕੇ ਦੀਆਂ ਕਾਰਵਾਈਆਂ ਦਾ ਕੋਰਟਾਂ 'ਚ ਕੀ ਹਾਲ ਹੁੰਦਾ ਸਾਰਿਆਂ ਨੇ ਦੇਖਿਆ। ਤੁਹਾਡੇ ਅਫਸਰਾਂ ਦੇ ਖਿਲਾਫ ਸਟ੍ਰਿਕਚਰਸ ਪਾਸ ਹੋਏ, ਅੱਜ ਇਹ ਜਿਹੜੇ ਅਫਸਰ ਨੇ ਇਹ ਕੋਰਟਾਂ 'ਚ ਪੇਸ਼ੀਆਂ ਭੁਗਤ ਰਹੇ ਨੇ। ਪਰ ਅੱਜ ਪੰਜਾਬ ਦਾ ਜਿਹੜਾ ਬੁਨਿਆਦੀ ਸਵਾਲ ਗੌਰਵ ਜੀ ਇਹ ਹੈ ਕਿ ਕਿਤੇ ਅਸੀਂ ਐਡੀ ਲੰਬੀ ਚੌੜੀ ਸਿਆਸਤ ਚੁਲਝ ਕੇ ਅਸੀਂ ਪੰਜਾਬ ਨੂੰ ਤਾਂ ਨਹੀਂ ਗਰਕਾਤਾ। ਮੈਂ ਕੰਗ ਸਾਹਿਬ ਨੂੰ ਕਿਉਂ ਬਾਰ-ਬਾਰ ਸਵਾਲ ਕਰਦਾ, ਹਾਲਾਂਕਿ ਖਡਿਆਲ ਸਾਹਿਬ ਇਸ ਗੱਲ ਜਵਾਬ ਦੇਣ ਕਿ 2021 'ਚ ਜਿਹੜਾ ਕਾਂਗਰਸ ਨੇ ਐਫੀਡੇਵਿਟ ਫਾਈਲ ਕੀਤਾ ਉਹਦੇ 'ਚ ਸਪੈਸੀਫਿਕਲੀ ਇਹਨਾਂ ਨੇ ਸਟੈਂਡ ਲਿਆ ਕਿ 2017 ਤੋਂ ਬਾਅਦ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ 2017 ਤੋਂ ਬਾਅਦ 2021 ਤੱਕ ਪੰਜਾਬ ਦੇ ਵਿੱਚ ਇੱਕ ਬਹੁਤ ਰੈਪਿਡ ਇਨਕਰੀਜ਼ ਆਇਆ ਡਰੱਗਸ 'ਚ। ਇਹ ਕਾਂਗਰਸ ਦੀ ਸਰਕਾਰ ਦਾ ਆਪਣਾ ਐਫੀਡੇਵਿਟ ਹੈ ਔਰ ਖਡਿਆਲ ਸਾਹਿਬ ਇਹਨੂੰ ਔਨ ਰਿਕਾਰਡ ਡਿਨਾਈ ਕਰਕੇ ਦਿਖਾਉਣ ਕਿਉਂਕਿ ਔਨ ਰਿਕਾਰਡ ਹੈ, ਇਸੇ ਕੇਸ ਦੇ ਵਿੱਚ ਲੱਗਿਆ ਹੋਇਆ। ਨੰਬਰ 1। ਨੰਬਰ 2,
1 ਸਾਲ ਤੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਵਿੱਚ। ਇਹ ਤਾਂ ਦੱਸਣ ਨਾ ਕਿ ਡਰੱਗ ਨੂੰ ਕੰਟਰੋਲ ਕਰਨ ਲਈ ਕੀ ਕੀਤਾ। ਅਗਰ ਤੁਹਾਡੇ ਗਵਰਨਰ ਕਹਿ ਰਹੇ ਨੇ, ਤੁਹਾਡੇ ਚੀਫ ਸੈਕਟਰੀ ਤੇ ਡੀਜੀਪੀ ਦੀ ਹਾਜ਼ਰੀ 'ਚ ਕਹਿ ਰਹੇ ਨੇ ਕਿ ਸਕੂਲਾਂ ਤੱਕ ਡਰੱਗ ਪਹੁੰਚ ਗਿਆ, ਔਰ ਤੁਹਾਡੇ ਮੁੱਖ ਮੰਤਰੀ ਐਡੀ ਡਿੰਗਾ ਮਾਰਦੇ ਸੀ, ਇਹ ਤਾਂ ਕਹਿੰਦੇ ਸੀ ਮੈਨੂੰ ਤਾਂ ਪਤਾ ਲੱਗ ਗਿਆ ਜੀ ਕਿੱਥੇ ਬਣਦਾ, ਮੈਂ ਤਾਂ 4 ਹਫ਼ਤਿਆਂ 'ਚ ਬੰਦ ਕਰਾ ਦੂੰਗਾ। ਅੱਜ ਪੰਜਾਬ 'ਚ ਕੀ ਹਾਲ ਹੈ, ਕਿੰਨੇ ਸਟਿੰਗ ਆਪਰੇਸ਼ਨ ਹੋ ਗਏ, ਪੂੜੀਆਂ 'ਚ ਮਿਲ ਰਿਹਾ। ਸੋ ਇਹ ਜਿਹੜੀ ਸਿਆਸਤ ਸੀ ਗੰਦੀ, ਇਹਦੇ 'ਚ ਪੰਜਾਬ ਉਲਝ ਕੇ ਰਹਿ ਗਿਆ। ਔਰ ਖੜਿਆਲ ਸਾਹਿਬ ਦੀ ਇੱਕ ਗੱਲ ਦਾ ਹੋਰ ਜਵਾਬ ਦੇ ਦਿਆਂ, ਇਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ। ਹਾਂ, ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਡਰੱਗ ਵਿਕ ਰਿਹਾ, ਪੰਜਾਬ ਦੀ ਇੱਕ ਸਮੱਸਿਆ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਵਾਂਗੂ 90% ਨੌਜਵਾਨਾਂ ਨੂੰ ਡਰੱਗ ਵਿਕਦੀ ਕਹਿੰਦਾ ਸੀ। ਤੁਹਾਡੇ ਨੌਕਰੀਆਂ ਦੇ ਪ੍ਰਸਪੈਕਟਿਵ ਖਰਾਬ ਕੀਤੇ, ਤੁਹਾਡੇ ਬਾਹਰ ਜਾਣ ਦੇ ਪ੍ਰਸਪੈਕਟਿਵ ਖਰਾਬ ਕੀਤੇ। ਬਹੁਤ ਸਾਰਾ ਰਾਹੁਲ ਗਾਂਧੀ ਦੀ ਬਹੁਤ ਛੋਟਾ ਬਿਆਨ, ਬਹੁਤ ਛੋਟਾ ਸਰ, ਮੈਂ 20 ਸੈਕਿੰਡ ਦੇ ਪਾਉਂਗਾ। ਮੈਂ ਕਲੇਰ ਸਾਹਿਬ ਦੇ ਟਾਈਮ 'ਚ ਬੋਲਿਆ ਨਹੀਂ, ਕਾਈਂਡਲੀ ਮੇਰੇ ਟਾਈਮ 'ਚ ਨਾ ਬੋਲੋ। ਮੈਂ ਉਹੀ ਕਹਿ ਰਿਹਾ, ਥੋੜਾ ਜਵਾਬ ਛੋਟਾ ਰੱਖਿਓ। ਚੰਨੀ ਜੀ ਇਹ ਪਰਚਾ ਬਿਲਕੁਲ ਬੇਬੁਨਿਆਦ ਸੀ, ਫਾਲਸਲੀ ਇੰਪਲੀਕੇਟ ਕੀਤਾ ਗਿਆ ਸੀਗਾ, ਤੇ ਪਰਚਾ ਕੋਸ਼ ਕਿਉਂ ਨਹੀਂ ਕਰਵਾ ਲਿਆ ਹਜੇ ਤੱਕ? ਕਿਉਂ ਨਹੀਂ FIR ਕੋਸ਼ ਹੋਈ? ਕਿਉਂ ਨਹੀਂ FIR ਦੇ ਵਿੱਚ ਕੈਂਸਲੇਸ਼ਨ ਹੋਈ? ਕਿਉਂ ਅੱਜ ਵੀ ਤੁਹਾਨੂੰ ਕੇਸ ਝਗੜਨਾ ਪੈ ਰਿਹਾ ਤੇ 6 ਮਹੀਨੇ ਤੁਹਾਨੂੰ ਅੰਦਰ ਲਾਉਣੇ ਪਏ? ਦੂਜੀ ਗੱਲ ਦੇਖੋ, ਆਮ ਆਦਮੀ ਪਾਰਟੀ ਦੇ ਰਜੀਮ ਦੇ ਵਿੱਚੋਂ ਬਾਹਰ ਆਏ, ਸਾਡੇ ਰਜੀਮ ਦੇ ਵਿੱਚੋਂ ਅੰਦਰ ਗਏ। ਸੋ ਆਮ ਆਦਮੀ ਪਾਰਟੀ ਇਹ ਗੱਲ ਦੱਸੇ ਹੁਣ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਰਿਲੀਫ ਮਜੀਠੀਆ ਸਾਹਿਬ ਨੂੰ ਮਿਲਿਆ ਹੈ, ਠੀਕ ਹੈ, ਉਹਨੂੰ ਕਿਉਂ ਨਹੀਂ ਮੇਕ ਸ਼ੋਰ ਕੀਤਾ ਕਿ ਉਹਨੂੰ ਆਪਣਾ ਟਰਨ ਡਾਊਨ ਕੀਤਾ ਜਾਵੇ, ਉਹ ਤੇ ਸਟੇ ਲੱਗੇ? ਕਿਉਂ ਨਹੀਂ ਆਮ ਆਦਮੀ ਪਾਰਟੀ ਨੇ ਰਿਲੀਫ ਲਿਆ ਏ? ਤੇ ਲਾਸਟ ਚੀਜ਼, ਆਮ ਆਦਮੀ ਪਾਰਟੀ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਇਹ ਰਿਪੋਰਟਾਂ ਨੂੰ ਜਨਤਕ ਕਰਨ ਲਈ? ਕਿਸ ਚੀਜ਼ ਦੀ ਉਡੀਕ ਹੋ ਰਹੀ ਹੈ? ਠੀਕ ਹੈ ਕੰਗ ਜੀ। ਚੰਨੀ ਸਾਹਿਬ ਥੋੜਾ ਜਿਹਾ ਵੇਟ ਕਰਿਓ, ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਲੈ ਕੇ ਤੁਹਾਡੇ ਕੋਲ ਆ ਰਿਹਾ। ਕੰਗ ਜੀ, 2-3 ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ, ਹੋਪਫੁਲੀ ਤੁਹਾਡੇ ਤੱਕ ਹੋਣਗੀਆਂ। ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਜੇ ਕਾਂਗਰਸ ਨੇ ਵਾਕਈ ਸੁਹਰਦਤਾ ਹੁੰਦੀ ਤੇ ਕਾਂਗਰਸ ਦੇ ਟਾਈਮ ਇਨਵੈਸਟੀਗੇਸ਼ਨ ਅਫਸਰ ਰਿਜ਼ਾਈਨ ਕਰਕੇ ਨਾ ਜਾਂਦਾ। ਇਹ ਤੇ ਚਪੇੜ ਮਾਰ ਕੇ ਗਿਆ ਕਾਂਗਰਸ ਸਰਕਾਰ ਦੇ ਮੂੰਹ ਤੇ। ਮੈਂ ਕਹਿੰਦਾ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ ਕੰਗ ਸਾਹਿਬ। ਪਹਿਲਾਂ ਸੁਪਰੀਮੋ ਸਾਹਿਬ ਨੇ ਮਾਫੀ ਮੰਗੀ ਸੀਗੀ, ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ। ਗੌਰਵ ਜੀ, ਮੈਂ ਕਾਈਂਡਲੀ ਰਿਕੁਐਸਟ ਕਰੂੰਗਾ ਪਲੀਜ਼। ਜੀ ਜੀ ਕੰਗ ਜੀ, ਚਲੋ ਮੈਂ ਉਹ ਇਹ ਸ਼ਬਦ ਵਾਪਸ ਲੈ ਲੈਣਾ, ਕੋਈ ਅੱਛੀ ਗੱਲ, ਮੇਰੀ ਆਦਤ ਵੀ ਨਹੀਂ ਗੀ, ਮੇਰੀ ਆਦਤ ਨਹੀਂ। ਲੇਕਿਨ ਕਾਂਗਰਸ ਅਗਰ ਸੁਹਰਦਤਾ ਹੁੰਦੀ ਤੇ ਕਾਂਗਰਸ ਸਿਟਿੰਗ ਜਿਹੜਾ ਇਨਵੈਸਟੀਗੇਸ਼ਨ ਅਫਸਰ ਹੈ ਉਹ ਇਸੇ ਕਰਕੇ ਰਿਜ਼ਾਈਨ ਕਰ ਗਿਆ ਸੀ ਕਿ ਸਰਕਾਰ ਤਿਆਰ ਨਹੀਂ ਸੀ ਕਾਂਗਰਸ ਦੀ ਜਿਹੜੇ ਵੱਡੇ ਡਰੱਗ ਪੈਡਲਰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ। ਇਹ ਤਾਂ ਸਾਰਿਆਂ ਦੇ ਸਾਹਮਣੇ ਹੈ। ਠੀਕ ਹੈ। ਦੂਜੀ ਗੱਲ ਗੌਰਵ ਜੀ, ਮਸਲਾ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਆ ਕਿ ਸਿੰਥੈਟਿਕ ਡਰੱਗ ਲੈ ਕੇ ਕੌਣ ਆਇਆ, ਸੱਤੇ ਤੇ ਪਿੰਦੀ, ਇਹ ਕਿਹਨੇ ਇੰਟਰੋਡਿਊਸ ਕੀਤੇ? ਕਿਉਂ ਨਹੀਂ ਵੱਡੇ ਮਗਰਮੱਛ ਤੇ ਵੱਡੇ ਪੈਡਲਰ, ਕਿਹੜਾ ਨੈਕਸਸ ਹੈ? ਉਸ ਨੈਕਸਸ ਨੂੰ ਬੇਨਕਾਬ ਕਰ ਲਈ ਤੇ ਹੁਣ ਰਿਪੋਰਟਾਂ ਖੁੱਲ ਰਹੀਆਂ। ਤੇ ਜੇ ਸਰਕਾਰ ਚਾਹਵੇ ਤੇ ਫਿਰ ਕਾਂਗਰਸ ਨਾ ਖਲਵਾ ਲੈਂਦੀ। ਮਾਨ ਸਾਹਿਬ ਦਾ ਤੇ ਇਹੀ ਫਰਕ ਹੈ, ਚਾਹੇ ਉਹ ਗੋਲੀ ਕਾਂਡ ਦੀ ਚਲਾਨ ਪੇਸ਼ ਕਰ, ਹੁਣ ਜ਼ਮਾਨਤਾਂ ਲੈ ਰਹੇ ਨਾ, ਜ਼ਮਾਨਤ ਦੇਣਾ ਮਾਨਯੋਗ ਅਦਾਲਤ ਦੀ ਡਿਸਕ੍ਰਿਸ਼ਨ ਹੈ। ਲੇਕਿਨ ਸਰਕਾਰ ਆਪਣਾ ਪੂਰਾ ਜ਼ੋਰ ਲਾ ਰਹੀ, ਜਿਹੜੇ ਅਕਿਊਜ਼ਡ ਹੈ, ਜਿਨ੍ਹਾਂ ਨੇ ਪੰਜਾਬ ਦੇ ਪ੍ਰਤੀ ਗੁਨਾਹ ਕਮਾਇਆ, ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੇ। ਅਸੀਂ ਬਚਾਉਣ ਵਾਲਾ ਅੰਕਲ ਨੈਫਿਊ ਵਾਲਾ ਰਿਸ਼ਤਾ ਨਹੀਂ ਚੱਲਣਾ, ਅਸੀਂ ਨਾ ਕਿਸੇ ਨੂੰ ਬਚਾਉਣਾ। ਇਹ ਕੰਮ ਜਿਹੜਾ ਹੋ ਰਿਹਾ ਸੀ 7-8 ਸਾਲ ਤੋਂ, ਉਹ ਖਤਮ ਹੋ ਗਿਆ। ਚਾਹੇ ਡਰੱਗ ਛੋਟਾ ਜਿਹਾ ਸਟੇਟਮੈਂਟ ਦੇ ਦਿਓ। ਸਾਰੇ ਪੁੱਛ ਰਹੇ ਕਹਿੰਦੇ ਇੱਕ ਸਾਲ ਦੇ ਵਿੱਚ ਕਿਹੜਾ ਵੱਡਾ ਮਗਰਮੱਛ ਫੜ ਕੇ ਅੰਦਰ ਕਰ ਦਿੱਤਾ? ਕਾਂਗਰਸ ਕਹਿ ਰਹੀ ਹੈ ਅਸੀਂ ਇੱਕ ਪਰਚਾ ਦਰਜ ਕੀਤਾ ਸੀ, ਸਾਡੇ ਜਿਹੜੇ ਰਾਜ ਦੇ ਵਿੱਚ ਅੰਦਰ ਚਲੇ ਗਏ, ਤੁਹਾਡੇ ਰਾਜ ਦੇ ਵਿੱਚ ਬਾਹਰ ਆ ਗਏ। ਨਹੀਂ, ਬਾਹਰ ਹੋਣਾ ਤੇ ਮਾਨਯੋਗ ਅਦਾਲਤ ਦੀ ਡਿਸਕ੍ਰਿਸ਼ਨ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਕਾਂਗਰਸ ਸੁਹਰਦਤਾ ਹੁੰਦੀ, ਉਹ ਤੇ ਸਾਰਿਆਂ ਨੂੰ ਪਤਾ ਹੈ। ਨਹੀਂ, ਉਹ ਕਹਿੰਦੇ ਪਹਿਲੇ ਵੀ ਨਹੀਂ ਕੀਤੀ ਤੁਸੀਂ ਕੇਸ ਦੀ ਇਸ ਤਰੀਕੇ ਨਾਲ, ਬਚਾਉਂਦੀ ਰਹੀ, ਫਿਰ ਇਲੈਕਸ਼ਨ ਚ ਲਾਹਾ ਲੈਣ ਲਈ ਕਾਰਵਾਈ ਕਰਤੀ। ਲੇਕਿਨ ਅੱਜ ਜਿਹੜਾ ਇੱਕ ਫੈਸਲਾ ਹੁਣ ਹੋਇਆ, ਨਹੀਂ ਤੇ ਰਿਪੋਰਟਾਂ ਤੇ 3-4-18 ਤੋਂ ਬੰਦ ਪਈਆਂ ਸੀ, ਕਿਉਂ ਨਾ ਖੁੱਲ ਗਈਆਂ ਰਿਪੋਰਟਸ? ਇਹ ਨੀਅਤ ਦਾ ਹੀ ਮਸਲਾ ਹੈ ਨਾ। ਜੇ ਨੀਅਤ ਸਾਫ਼ ਹੋਵੇ, ਦੇਖੋ, ਮੈਂ ਫੇਰ ਦੁਬਾਰਾ ਕਹਿ ਦਿਆਂ, ਖੜਿਆਲ ਸਾਹਿਬ ਫੈਕਚੁਅਲੀ ਇੱਕ ਗੱਲ ਹੋਰ ਗਲਤ ਕਹਿ ਗਏ। ਇਹ ਕਹਿੰਦੇ ਜੀ ਕਾਂਗਰਸ ਦੇ ਰਾਜ 'ਚ ਬੇਲ ਨਹੀਂ ਮਿਲੀ। ਮੈਂ ਇਹਨਾਂ ਨੂੰ ਕਹੂੰਗਾ ਕਿ ਕਾਂਗਰਸ ਦੇ ਰਾਜ ਦੇ ਵਿੱਚ 2 ਆਰਡਰਸ ਆਏ ਸੀ ਐਂਟੀਸਪੇਟਰੀ ਬੇਲ ਦੇ। ਇੱਕ ਮੈਡਮ ਲੀਜ਼ਾ ਗਿੱਲ ਦਾ, ਉਹ ਆਰਡਰ ਪੜ੍ਹ ਲੈਣ ਕਿ ਕੀ ਕੁਝ ਕਿਹਾ ਸੀ ਸਟੇਟ ਬਾਰੇ। ਔਰ ਜਿਹੜਾ ਸਭ ਤੋਂ ਅਹਿਮ ਆਰਡਰ ਆਇਆ ਸੀ ਜਦੋਂ ਇਲੈਕਸ਼ਨ ਲੜਨ ਦੀ ਬਿਕਰਮ ਮਜੀਠੀਆ ਜੀ ਨੂੰ ਇਜਾਜ਼ਤ ਦਿੱਤੀ ਸੀ, ਉਹ ਮਾਨਯੋਗ ਸੁਪਰੀਮ ਕੋਰਟ ਦਾ ਕਾਂਗਰਸ ਦੇ ਰਾਜ 'ਚ ਆਇਆ ਸੀ, ਜਿੱਥੇ ਉਹਨਾਂ ਨੇ ਗੱਲ ਕਹੀ ਸੀ
ਕਿ ਪੰਜਾਬ ਦੇ ਵਿੱਚ ਜਿਹੜੇ ਚੋਣਾਂ ਦੌਰਾਨ ਜੀ। ਪੋਲੀਟੀਕਲ ਓਪੋਨੈਂਟਾਂ ਤੇ ਐਸੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ, ਇਹ ਮੰਦਭਾਗਾ ਸੁਪਰੀਮ ਕੋਰਟ ਦਾ ਠੀਕ ਹੈ, ਉਸ ਤੋਂ ਕਮੈਂਟ ਬਾਅਦ ਜਾ ਹੈ, ਕੇ ਇਹਨਾਂ ਦੀ surrender ਸਰਕਾਰ ਦੇ ਵਿੱਚ ਆਇਆ ਉਹ 20 ਫਰਵਰੀ ਤੋਂ ਕਮੈਂਟ। ਬਾਅਦ ਸੋ surrender ਇਹਨਾਂ ਨੂੰ ਹਾਂ, ਠੀਕ ਹੈ। ਇਹ ਚੀਜ਼ਾਂ ਪਤਾ ਹੋਣਾ ਚਾਹੀਦਾ। 20 ਸੈਕਿੰਡ ਜਿੱਥੇ ਇਹਨਾਂ ਦੇ ਵਕੀਲ ਪੀਛ ਗੌਰਵ ਰਬਰ ਜੀ, ਸੀਨੀਅਰ ਲੀਡਰ ਪੇਸ਼ ਹੁੰਦੇ ਰਹੇ। ਗੌਰਵ ਜੀ 20 ਸੈਕਿੰਡ ਐਲੀਗੇਸ਼ਨ ਹੈਗਾ, 20 ਸੈਕਿੰਡ ਬਹੁਤ ਸੀਨੀਅਰ ਹੈ, ਮੈਂ ਇਸ ਕਰਕੇ ਕਹਿ ਰਿਹਾ 20 ਸੈਕਿੰਡ ਲੈਣੇ। ਇੱਕ ਜੀ, ਸਵਾਲ ਖੜਾ ਜੀ, ਕੀਤਾ ਇਹਨਾਂ ਨੇ, ਮੈਂ ਸਿਰਫ ਇਹ ਗੱਲ ਕਹੂੰਗਾ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਆਰਡਰ ਦੀ, ਇੱਕ ਬੇਲ ਦੇ ਆਰਡਰ 'ਚ ਜੋ ਲਿਖਿਆ ਹੈ ਇਟ ਹੈਜ਼ ਨੋ ਬੇਅਰਿੰਗ ਔਨ ਦੀ ਮੈਰਿਟਸ ਆਫ ਦਾ ਕੇਸ, ਵਕੀਲ ਨੇ ਇਹਨਾਂ ਨੂੰ ਪਤਾ ਹੈ। ਠੀਕ ਹੈ। ਦੂਜੀ ਗੱਲ, ਇਹਨਾਂ ਨੇ ਕਿਹਾ ਕਾਂਗਰਸ ਦੇ ਰਾਜ ਦੇ ਵਿੱਚ ਐਫੀਡੇਵਿਟ ਦਿੱਤਾ ਗਿਆ ਵੀ ਕੇਸ ਵਧੇ, ਜੇ ਕੇਸ ਵਧੇ ਤਾਂ ਉਹਨਾਂ ਖਿਲਾਫ ਐਕਸ਼ਨ ਵੀ ਵਧਿਆ, ਉਹਨਾਂ ਦੀ ਅਰੈਸਟਾਂ ਵੀ ਵਧੀਆਂ ਤੇ ਕਾਰਵਾਈ ਵੀ ਹੋਈ। ਮੈਂ ਇਸ ਦੇ ਉੱਪਰ ਜਵਾਬ ਪਰਚਾ ਖਾਰਜ ਨਹੀਂ ਹੋਇਆ, ਮੈਂ ਇੱਕ ਪਰਚਾ ਵਾਰੀ ਰੋਕ ਨਹੀਂ ਹੋਇਆ, ਚੰਨੀ ਦਾ ਰੁਕ ਕਰਨਾ। ਚੰਨੀ ਇੱਕ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ, ਇੱਕ ਹੋਰ ਸਵਾਲ ਹੈ, ਤੁਸੀਂ ਖੁਦ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ, ਲੋਕਾਂ ਨੂੰ ਇਹ ਵੀ ਜੇਕਰ ਦੱਸ ਸਕੋ ਕਿ ਇਹਨਾਂ ਰਿਪੋਰਟਾਂ ਦੇ ਨਾਲ ਪੁਆਇੰਟ ਨੰਬਰ 1 ਕਿ ਸੱਚ ਸਾਹਮਣੇ ਆ ਜਾਏਗਾ, ਪੁਆਇੰਟ ਨੰਬਰ 2 ਕਿ ਪੰਜਾਬ ਦੇ ਲੋਕ ਸਮਝਣ ਕਿ ਜੇਕਰ ਰਿਪੋਰਟਾਂ ਦੇ ਵਿੱਚ ਨਾਮ ਜਿਹੜੇ ਹੈਗੇ ਨੇ ਉਹਨਾਂ ਤੇ ਐਕਸ਼ਨ ਹੋਏਗਾ ਤੇ ਉਸ ਤੋਂ ਬਾਅਦ ਨਸ਼ੇ ਤੇ ਠੱਲ ਲੱਗ ਜਾਏਗੀ ਜਾਂ ਪੈ ਜਾਏਗੀ। ਦੇਖੋ ਗੌਰਵ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਸਰਦਾਰ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦੇ ਕਹਿਣ ਤੇ ਨਹੀਂ ਖੁੱਲੀਆਂ ਤੇ ਨਾ ਹੀ ਇਹਨਾਂ ਦਾ ਕੋਈ ਤਰੱਦਦ ਸੀਗਾ। ਦੂਸਰਾ ਜਿਹੜਾ ਵੱਡਾ ਇਸ਼ੂ ਹੈ, ਅਜੇ ਤਾਂ ਸੇਰ ਦੇ ਵਿੱਚੋਂ ਕਹਿੰਦੇ ਪੂਣੀ ਨਹੀਂ ਕੱਟੀ ਗਈ, ਅਜੇ ਕੁਝ ਨਹੀਂ ਹੋਇਆ, ਇਹ ਨਾ ਇਹ ਸਰਕਾਰ ਵੱਲੋਂ ਕੁਝ ਹੋਇਆ। ਤੀਜੀ ਗੱਲ, ਅਸੀਂ ਮੇਰੇ ਦੋਨੋਂ ਛੋਟੇ ਵੀਰ ਨੇ, ਪਰ ਇੱਥੇ ਕੋਈ ਵਕੀਲਾਂ ਦੀ ਬਹਿਸ ਨਹੀਂ ਹੋ ਰਹੀ, ਇੱਥੇ ਮੁੱਦਿਆਂ ਦੀ ਬਹਿਸ ਹੋ ਰਹੀ ਹੈ ਤੇ ਇੱਥੇ ਕਿਸੇ ਪਾਰਟਿਕੂਲਰ ਬੰਦੇ ਦੀ ਵੀ, ਚਾਹੇ ਉਹ ਕਲਪਰੇਟ ਹੈ ਜਾਂ ਨਹੀਂ ਹੈ, ਉਹਦੇ ਬਾਰੇ ਵੀ ਅਸੀਂ ਕੋਈ ਫੈਸਲਾ ਨਹੀਂ ਕਰ ਸਕਦੇ ਵੀ ਉਹ ਹੈਗਾ ਜਾਂ ਹੈ ਨਹੀਂ, ਉਹ ਅਦਾਲਤ ਦਾ ਕੰਮ। ਤੀਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਇਹ ਜਿਹੜੀਆਂ ਰਿਪੋਰਟਾਂ ਨੇ ਇਹਦੇ ਵਿੱਚੋਂ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ, ਪਰ ਸੱਚ ਤਾਂ ਲੱਭੇਗਾ ਕਿਉਂਕਿ ਇੱਥੋਂ ਮੈਂ ਬਸ਼ਰਿਆਂ ਵੀ ਗੱਲ ਕਹਿ ਸਕਦਾ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਲੋਕਾਂ ਦਾ ਬੇਵਕੂਫ ਬਣਾ ਕੇ ਸਰਕਾਰਾਂ ਬਣੀਆਂ ਤੇ ਸਰਕਾਰਾਂ ਰਹੀਆਂ, ਤੇ ਜਿਹੜਾ ਇਹ ਧੰਦਾ ਸੀਗਾ, ਕਿਉਂਕਿ ਇਹਦੇ ਵਿੱਚ ਇਸ ਤੋਂ ਜ਼ਿਆਦਾ ਕੋਈ ਈਜ਼ੀ ਮਨੀ ਕਿਤੇ ਨਹੀਂ ਹੈਗੀ ਜਿੰਨੀ ਡਰੱਗਸ ਦੇ ਵਿੱਚ, ਤੇ ਉਹ 'ਚ ਹਰੇਕ ਬੰਦੇ ਨੂੰ ਹਿੱਸਾ ਮਿਲਦਾ। ਇਸ ਕਰਕੇ ਉਹਨਾਂ ਨੇ ਇਹਨੂੰ ਇੰਨਾ ਪ੍ਰਫੁੱਲਤ ਕੀਤਾ ਕਿ ਪੰਜਾਬ ਦਾ ਸੱਤਿਆਨਾਸ਼ ਹੋ ਗਿਆ। ਮੈਂ ਇਹ ਕਹੂੰਗਾ ਕਿ ਜੇ ਦੇਖੋ, ਜੇ ਇਦਾਂ ਦੀਆਂ ਰਿਪੋਰਟਾਂ ਬਣਨਗੀਆਂ, ਪਹਿਲਾਂ ਤਾਂ ਮਾਨਯੋਗ ਹਾਈ ਕੋਰਟ ਕੋਲੇ 5 ਸਾਲ ਪਈਆਂ ਰਹੀਆਂ, ਉਹ ਵੀ ਇੱਕ ਬੇਸਿਸ ਆਫ ਟਾਈਮ ਸੀਗਾ, ਲੋਕਾਂ ਨੂੰ ਕਿਸੇ ਬਾਰੇ ਪਤਾ ਨਹੀਂ ਲੱਗਿਆ ਵੀ ਅਸਲੀਅਤ ਕੀ ਹੈਗੀ। ਤੇ ਜੇ ਹੁਣ ਵੀ ਜੋ ਇਤਿਹਾਸ ਹੈ ਆਮ ਆਦਮੀ ਪਾਰਟੀ ਦਾ ਜਾਂ ਇਹਨਾਂ ਦੇ ਸੁਪਰੀਮੋ ਦਾ, ਕਿ ਉਹ ਮੁਆਫੀਆਂ ਚਾਹੇ ਮੰਗ ਲੈਣ ਚਾਹੇ ਯੂ ਟਰਨਾਂ ਲੈ ਲੈਣ, ਕਿਸੇ ਦੇਖੋ ਅਸੀਂ ਇਸ ਵੇਲੇ ਪੰਜਾਬ ਸਭ ਤੋਂ ਵੱਧ ਸਫਰ ਇਸ ਕਰਕੇ ਕਰ ਰਿਹਾ ਕਿ ਹਰੇਕ ਮੁੱਦੇ ਤੇ, ਚਾਹੇ ਉਹ ਲਾਅ ਐਂਡ ਆਰਡਰ ਦਾ, ਚਾਹੇ ਉਹ ਮਾਈਨਿੰਗ ਦਾ, ਚਾਹੇ ਉਹ ਐਕਸਾਈਜ਼ ਦਾ, ਪੋਲੀਟੀਕਲ ਵਿਲ ਨਹੀਂ ਹੈਗੀ, ਪੋਲੀਟੀਕਲ ਵਿਜ਼ਡਮ ਨਹੀਂ ਹੈਗੀ, ਔਰ ਇਨਐਕਸਪੀਰੀਅੰਸ ਔਰ ਇਨਸੈਂਸਿਟਿਵ ਸਿਸਟਮ ਚੱਲ ਰਹੇ ਨੇ, ਜਿਸ ਕਰਕੇ ਕੋਈ ਕਿਤੋਂ ਤੰਦ ਨਹੀਂ ਲੱਭ ਰਿਹਾ, ਤਾਣੀ ਸਾਰੀ ਵਿਗੜੀ ਪਈ ਹੈ। ਔਰ ਇਹਨਾਂ ਨੂੰ ਐਲਬੀਜ਼ ਚਾਹੀਦੀਆਂ ਨੇ ਕਿ ਵਨ ਪ੍ਰੋਟੈਕਟ ਔਰ ਦੀ ਅਦਰ, ਵੀ ਅਸੀਂ ਟਾਈਮ ਕਿੱਦਾਂ ਟਪਾਉਣਾ ਹੈ, ਤੇ ਜਿਹੜੇ ਕ੍ਰਾਈਸਿਸ ਹੈਗੇ ਨੇ, ਇੱਕ ਨੂੰ ਛੋਟਾ ਕਰਕੇ ਦੂਜਾ ਵੱਡਾ। ਹੁਣ ਅੰਮ੍ਰਿਤਪਾਲ ਕਿੱਥੇ ਗਿਆ, ਕੋਈ ਗੱਲ ਨਹੀਂ ਕਰਦਾ, ਕੱਲ ਨੂੰ ਕੋਈ ਹੋਰ ਆ ਜਾਊਗਾ, ਇਹਦੀ ਵੀ ਗੱਲ ਨਹੀਂ ਹੋਏਗੀ। ਤੋਂ ਅਸੀਂ ਟਾਈਮ ਨਾ ਟਪਾਈਏ। ਜੇ ਸਾਨੂੰ ਕੁਦਰਤ ਨੇ, ਪੰਜਾਬ ਦੇ ਲੋਕਾਂ ਨੇ 92 MLA ਦੇ ਕੇ ਮੌਕਾ ਦਿੱਤਾ ਹੈ, ਤੇ ਉਹਨੂੰ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਾਸਤੇ, ਪੰਜਾਬ ਦੀ ਜਵਾਨੀ ਦੇ ਵਾਸਤੇ, ਪੰਜਾਬ ਦੇ ਭਵਿੱਖ ਦੇ ਵਾਸਤੇ ਇਹਨਾਂ ਨੂੰ ਜਿਹੜਾ ਐਕਸ਼ਨ ਹੈਗਾ ਉਹ ਲੈਣਾ ਚਾਹੀਦਾ ਹੈ। ਗੱਲਾਂ ਕਰਕੇ ਕੁਝ ਨਹੀਂ ਹੋਣਾ, ਉਹ ਲੋਕਾਂ ਨੂੰ ਪਹਿਲਾਂ ਵੀ ਪਤਾ ਲੱਗ ਗਿਆ, ਹੁਣ ਵੀ ਪਤਾ ਲੱਗ ਜਾਊਗਾ। ਗੌਰਵ ਜੀ, ਆਪ ਤੋਂ ਇਹ ਗੱਲ ਪੁੱਛ ਲਿਓ ਵੀ ਚਲਾਨ ਕਿਉਂ ਨਹੀਂ ਪੇਸ਼ ਕੀਤਾ ਅਜੇ ਤੱਕ ਮਜੀਠੀਆ ਸਾਹਿਬ ਦੇ ਕੇਸ 'ਚ? ਇੱਕ ਜ਼ੀਰੋ ਟੋਲਰੈਂਸ ਫਾਰ ਡਰੱਗਸ, ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਐਂਡ ਜ਼ੀਰੋ ਟੋਲਰੈਂਸ ਫਾਰ ਟੈਰਰਿਜ਼ਮ। ਇਹਦੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਇਹਨਾਂ ਦੇ ਵੱਸ ਦੀਆਂ ਨਹੀਂ ਹੈਗੀਆਂ। ਜੇ ਇਹ ਵੱਸ ਕਰ ਸਕਦੇ ਨੇ ਤੇ ਲੋਕਾਂ ਨੂੰ ਆਪਦਾ ਅਸਲੀ ਚਿਹਰਾ ਕੁਛ ਨਾ ਕੁਛ ਕਰਕੇ, ਉਹ ਕਹਿੰਦਾ ਸਾਡਾ ਕੰਮ ਬੋਲਦਾ, ਕੰਮ ਜਦੋਂ ਤੁਸੀਂ ਕਰ ਲੈਂਦੇ ਆ ਗੌਰਵ ਜੀ, ਕੰਮ ਫਿਰ ਆਪਣੇ ਆਪ ਬੋਲਦਾ। ਉਹਦੇ ਵਾਸਤੇ ਇਸ਼ਤਿਹਾਰ ਲਾਉਣ ਦੀ ਲੋੜ ਨਹੀਂ ਹੈ ਵੀ ਅਸੀਂ ਇਸ਼ਤਿਹਾਰ। ਠੀਕ ਹੈ, ਚਲੋ ਸਰ ਮੈਂ ਜਵਾਬ ਲੈ ਲਵਾਂ। ਸਰ ਕੰਗ ਜੀ, ਦੇਖੋ ਕਹਿੰਦੇ ਗੱਲਾਂ ਦੇ ਨਾਲ ਟਾਈਮ ਨਹੀਂ ਟੱਪਣਾ, ਐਕਸ਼ਨ ਤਾਂ ਕਰਨਾ ਹੀ ਪੈਣਾ। ਚਲਾਨ ਕਿਉਂ ਨਹੀਂ ਪੇਸ਼ ਹੋਇਆ? ਦੇਖੋ ਬੀਜੇਪੀ ਤੋਂ ਤਾਂ ਸਾਨੂੰ ਸਰਟੀਫਿਕੇਟ ਦੀ ਲੋੜ ਨਹੀਂ ਕਿ ਜਿਨ੍ਹਾਂ ਨੇ ਸਾਰਾ ਦੇਸ਼ ਅਡਾਨੀ ਦੇ ਹਵਾਲੇ ਕਰਤਾ, ਔਰ ਅਡਾਨੀ ਦੇ ਪੋਰਟ ਤੋਂ 3-3 ਕਰੋੜ ਦੀ ਡਰੱਗ ਫੜੀ ਜਾ ਰਹੀ ਹੈ। ਤੇ ਜਿਹੜੀ ਪਾਰਟੀ ਦੇਸ਼ 'ਚ ਕਮਿਊਨਿਟੀਆਂ ਨੂੰ ਧਰਮ ਦੇ ਨਾਂ ਤੇ ਲੜਾ ਕੇ ਰਾਜਨੀਤੀ ਕਰਦੀ ਹੋਵੇ, ਉਹਨਾਂ ਤੋਂ ਸਾਨੂੰ ਲੋੜ ਨਹੀਂ ਗੀ ਕਿਸੇ ਤਰ੍ਹਾਂ ਦੀ। ਦੂਜੀ ਗੱਲ, ਇਸ਼ਤਿਹਾਰਾਂ ਦੀ ਕੀਤੀ, 8000 ਕਰੋੜ ਤੋਂ ਵੱਧ ਦੇ ਇਸ਼ਤਿਹਾਰ ਮੋਦੀ ਸਾਹਿਬ ਨੇ ਪਿਛਲੇ 8 ਸਾਲਾਂ 'ਚ ਦਿੱਤੇ, ਪਾਰਲੀਮੈਂਟ 'ਚ ਔਨ ਰਿਕਾਰਡ ਹੈ। ਇਸ ਕਰਕੇ ਇਹ ਬੀਜੇਪੀ ਤੋਂ ਸਬਕ ਦੀ ਲੋੜ ਨਹੀਂ। ਗੌਰਵ ਜੀ, ਮਾਨ ਸਾਹਿਬ ਦੀ ਸਰਕਾਰ ਦਾ ਕੀ ਮਕਸਦ ਹੈ? ਮਾਨ ਸਾਹਿਬ ਦੀ ਸਰਕਾਰ ਦਾ ਮਕਸਦ ਹੈ ਜਿਹੜਾ ਇਹ ਭਾਈ ਭਤੀਜਾਵਾਦ ਚੱਲ ਰਿਹਾ ਸੀ ਇੱਕ ਦੂਜੇ ਨੂੰ ਬਚਾਉਣ ਲਈ, ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ
ਮਾਮਲਾ ਹੋਵੇ, ਚਾਹੇ ਲੋਕਾਂ ਦੇ ਕਾਰੋਬਾਰ ਦਾ ਜਿੰਨਾ ਵੀ ਨੈਕਸਸ ਹੈ, ਚਾਹੇ ਮਾਈਨਿੰਗ ਸੀਗਾ, ਉਹ ਸਾਰਾ ਖਤਮ ਕੀਤਾ ਹੈ। ਔਰ ਜਿਹੜੇ ਜਿਹੜੇ ਜ਼ਿੰਮੇਵਾਰ ਹੈ ਪੰਜਾਬ ਦੀ ਲੁੱਟ ਖਸੁੱਟ ਲਈ, ਜਿਨ੍ਹਾਂ ਲੋਕਾਂ ਨੇ ਪਿਛਲੇ 15-20 ਸਾਲਾਂ 'ਚ ਹਰੇਕ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਕਿਸਾਨੀ ਨੂੰ ਔਰ ਪੰਜਾਬ ਨੂੰ ਲੁੱਟਿਆ, ਹੁਣ ਉਹਨਾਂ ਦੀ ਵਾਰੀ ਆ ਗਈ। ਕਾਨੂੰਨ ਦੇ ਹਿਸਾਬ ਨਾਲ ਹੁਣ ਕਾਰਵਾਈਆਂ ਸ਼ੁਰੂ ਹੋ ਗਈਆਂ, ਇਸ ਕਰਕੇ ਹੀ ਹੁਣ ਕੋਰਟਾਂ ਦੇ ਚੱਕਰ ਲਾਉਂਦੇ ਫਿਰਦੇ ਆ। ਮਾਨ ਸਾਹਿਬ ਦੀ ਨੀਅਤ ਤੇ ਕਿਸੇ ਪੰਜਾਬ 'ਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਪਰ ਸਾਰਿਆਂ ਨੂੰ ਪਤਾ ਹੈ ਕਿ ਇਹੀ ਰਿਪੋਰਟਾਂ ਦਬਾਉਂਦੇ ਰਹੇ ਆ। ਸਾਰਿਆਂ ਨੂੰ ਪਤਾ ਹੈ ਵੀ ਚਲਾਨ ਪੇਸ਼ ਨਹੀਂ ਹੁੰਦੇ ਰਹੇ, ਸਾਰਿਆਂ ਨੂੰ ਪਤਾ। ਔਰ ਇਹ ਵੀ ਮੈਂ ਕਹਿੰਦਾ ਥੋੜਾ ਜਿਹਾ ਵੇਟ ਕਰੋ, ਆਪਾਂ ਮੈਂ ਇੱਕ ਫਾਈਨਲ ਰਿਐਕਸ਼ਨ ਲਵਾਂਗਾ। ਚੰਨੀ ਜੀ ਤੁਹਾਡੇ ਤੋਂ ਸ਼ੁਰੂਆਤ ਕਰ ਰਹੇ ਹਾਂ, ਮੈਂ ਤੁਹਾਡੇ ਕੋਲ ਵਾਪਸ ਆਉਂਗਾ ਸਰ ਫਾਈਨਲ ਰਿਐਕਸ਼ਨ ਦੇ ਲਈ। ਕੰਗ ਜੀ, ਚੰਨੀ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਉਸ ਦੇ ਉੱਪਰ ਪਲਟਵਾਰ ਕਰ ਰਹੇ ਨੇ ਕੰਗ ਸਾਹਿਬ। ਮੈਨੂੰ ਪੁੱਛਿਆ ਜੀ ਪਲੀਜ਼ ਸਰ। ਹਾਂ, ਮੈਂ ਇਹ ਕਹਿਣਾ ਚਾਹੁੰਦਾ ਹੈ, ਮੈਨੂੰ ਇਹ ਦੱਸ ਦੇਣ ਜਿਹੜਾ ਅਡਾਨੀ ਪੋਰਟ ਤੇ 3000 kg ਦੀ ਜਿਹੜੀ ਉਹ ਫੜੀ ਗਈ ਹੌਲ ਉਥੋਂ, ਉਹ ਕੀ ਆਮ ਆਦਮੀ ਪਾਰਟੀ ਨੇ ਇਤਲਾਹ ਦਿੱਤੀ ਸੀ ਕਿ ਉਹ DRI ਨੇ ਕੰਮ ਕੀਤਾ ਤੇ DRI ਨੇ ਸਾਰੇ ਐਕਸ਼ਨ ਲੈ ਕੇ ਨਾਓ ਮੈਟਰਸ ਅੰਡਰ ਇਨਵੈਸਟੀਗੇਸ਼ਨ ਬਾਈ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ। ਔਰ ਜੇ ਇਹਨਾਂ ਨੇ ਥੋੜਾ ਜਿਹਾ ਵੀ ਸੁਣਿਆ ਹੋਵੇ ਅਮਿਤ ਸ਼ਾਹ ਜੀ ਦਾ ਭਾਸ਼ਣ ਪਾਰਲੀਮੈਂਟ ਦੇ ਵਿੱਚ, ਤੇ ਜਿੱਡੀ ਵੱਡੀ ਉਹਨਾਂ ਨੇ ਸਕੀਮ ਆਲ ਓਵਰ ਦੀ ਕੰਟਰੀ ਬਣਾ ਕੇ ਦਿਖਾਈ, ਤੇ ਜਿੰਨਾ ਉਹਨਾਂ ਨੇ ਦੱਸਿਆ ਕਿ ਅਸੀਂ ਕੀ ਕਰ ਰਹੇ ਹਾਂ, ਇਹਨਾਂ ਦੀ ਅੱਖਾਂ ਖੁੱਲ ਜਾਣਗੀਆਂ। ਤੇ ਇਹ ਇੱਕ, ਜੇ ਅਸੀਂ ਦੇਖੋ, ਅਸੀਂ ਬੇਦਾਗ ਬੰਦੇ ਆ, ਜਿਹੜਾ ਸਾਡਾ ਕੋਈ ਰੋਲ ਨਹੀਂ, ਸਾਡੇ ਮੂਰੇ ਕੋਈ ਅਦਾਨੀ ਆ ਜਾਏ, ਉਹਦਾ ਪਿਓ ਆ ਜਾਏ, ਅਸੀਂ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਹਰੇਕ ਬੰਦੇ ਨੂੰ ਪਤਾ ਨਹੀਂ ਕਰਾਂਗੇ। ਅਸੀਂ ਉਹ ਦੂਜੀਆਂ ਪਾਰਟੀਆਂ ਵਾਂਗੂ ਸਾਡੀ ਪਾਰਟੀ ਨਹੀਂ ਚੱਲਦੀ। ਠੀਕ ਹੈ ਸਰ, ਮੇਰੇ ਕੋਲ ਸਮਾਂ ਬਹੁਤ ਪੂਰਾ ਖੜਿਆਲ ਸਾਹਿਬ ਬਹੁਤ ਛੋਟਾ ਜਿਹਾ ਕਮੈਂਟ ਰੱਖਿਓ। ਮੈਂ ਬੜਾ ਬਰੀਫ ਹੈ। ਦੇਖੋ ਕੰਗ ਸਾਹਿਬ, ਇੰਨੀ ਗੱਲ ਦਾ ਜਵਾਬ ਦੇ ਦਿਓ, ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹਜੇ ਤੱਕ ਕੰਪਲੀਟ ਕਿਉਂ ਨਹੀਂ ਹੋਈ? ਕਿਉਂਕਿ NDPS ਕੇਸ ਦੇ ਵਿੱਚ 180 ਦਿਨ ਦੀ ਲਿਮਿਟੇਸ਼ਨ ਹੁੰਦੀ ਹੈ। ਦੂਜਾ, FSL ਲਾਉਂਗੇ ਚਲਾਨ ਦੇ ਨਾਲ ਜਾਂ ਨਹੀਂ ਲਾਉਂਗੇ? ਤੀਜਾ, ਇਹਨਾਂ ਨੇ ਗੱਲ ਕਹੀ, ਸਪਸ਼ਟੀਕਰਨ ਲੈਣਾ ਮੈਂ ਸਿਰਫ, ਇਹਨਾਂ ਨੇ ਗੱਲ ਕਹੀ ਕੰਗ ਸਾਹਿਬ ਨੇ ਵੀ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀਗਾ ਗੌਰਵ ਜੀ, ਉਹ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦਾ ਸੀਗਾ, ਤਾਂ ਡਰੱਗ ਪੈਡਲਰ ਨੂੰ, ਤਾਂ ਕਰਕੇ ਉਹਨੇ ਰਿਜ਼ਾਈਨ ਕਰਤਾ। ਉਹ ਡਰੱਗ ਪੈਡਲਰ ਹੈ ਕੌਣ? ਜ਼ਰਾ ਨਾਮ ਲੈ ਕੇ ਦੱਸ, ਕਿਹਨੂੰ ਡਰੱਗ ਪੈਡਲਰ ਕਹਿ ਰਿਹਾ? ਠੀਕ ਹੈ, ਮੈਂ ਦੋਵੇਂ ਸਵਾਲਾਂ ਦਾ ਜਵਾਬ ਲਾਉਂਗਾ, ਪਰ ਉਸ ਤੋਂ ਪਹਿਲਾਂ ਕਲੇਰ ਸਾਹਿਬ ਤੁਹਾਡਾ ਫਾਈਨਲ ਕਮੈਂਟ। ਤੁਹਾਨੂੰ ਲੱਗਦਾ ਕਿ ਐਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ? ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਤਾਂ ਕਿਉਂ? ਕਿਉਂਕਿ ਰਿਪੋਰਟਸ ਹੁਣ ਤੱਕ ਇੱਥੇ ਪਹੁੰਚੀਆਂ ਨੇ ਤਾਂ ਉਮੀਦ ਲੋਕ ਕਰ ਰਹੇ ਨੇ ਕਿ ਅੱਗੇ ਵੀ ਜਾਣਗੀਆਂ। ਗੌਰਵ ਜੀ, ਅੱਜ ਤਾਂ ਆਮ ਆਦਮੀ ਪਾਰਟੀ ਨੂੰ ਤੁਹਾਡੇ ਮਾਧਿਅਮ ਨਾਲ ਚੈਲੰਜ ਵੀ ਕਰਦੇ ਆ ਤੇ ਵੰਗਾਰਦੇ ਵੀ ਆ ਕਿ ਜਿਹੜੀਆਂ ਹੁਣ ਰਿਪੋਰਟਾਂ ਆਈਆਂ ਨੇ ਹਾਈ ਕੋਰਟ ਤੋਂ, ਇਹ ਪੰਜਾਬੀਆਂ ਨੂੰ ਦੱਸੋ ਕਿ ਰਿਪੋਰਟਾਂ ਦੇ ਵਿੱਚ ਹੈ ਕੀ? ਕਿਉਂਕਿ ਸਿਆਸਤਾਂ ਇਹਨਾਂ ਦੀਆਂ ਨੰਗੀਆਂ ਹੀ ਤਾਂ ਹੋਣਗੀਆਂ। ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਗੱਲ ਕਰਦੀ ਹੈ, ਇਹਨਾਂ ਕੋਲੇ ਕਹਿਣ ਨੂੰ ਕੁਝ ਬਚ ਨਹੀਂ ਜਾਂਦਾ, ਕਿਉਂਕਿ ਸੁਪਰੀਮੋ ਇਹਨਾਂ ਦੇ ਮਾਫੀਆ ਮੰਗ ਕੇ ਨਿਕਲੇ ਨੇ। ਪਰ ਫਿਰ ਵੀ ਚਲੋ, ਕੰਗ ਸਾਹਿਬ ਤਾਂ ਪੰਜਾਬੀ ਨੇ, ਇਹੀ ਦੱਸ ਦੇਣ ਕਿ ਰਿਪੋਰਟਾਂ ਦੇ ਵਿੱਚ ਕੀ ਹੈਗਾ, ਰਿਪੋਰਟਾਂ ਖੋਲ ਕੇ ਲੋਕਾਂ ਸਾਹਮਣੇ ਦੱਸਣ, ਔਰ ਜਿਹੜੀਆਂ ਸਿਆਸਤਾਂ ਕਰਦੇ ਰਹੇ ਨੇ ਉਹਦੇ ਤੇ ਵੀ। ਔਰ ਦੂਸਰਾ, ਮੈਂ ਕਾਂਗਰਸ ਨੂੰ ਤੇ ਖੜਿਆਲ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਸ ਤਰੀਕੇ ਦੀ ਇੱਕ ਝੂਠੀ ਜੀ ਇਨਵੈਸਟੀਗੇਸ਼ਨ ਕਰਕੇ ਫਟਾਫਟ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਅੱਜ ਚਲਾਨ ਦੀ ਮੰਗ ਕਰਦੇ ਨੇ। ਠੀਕ ਹੈ, ਕਰੋ ਇਨਵੈਸਟੀਗੇਸ਼ਨ, ਚਲਾਨ ਪੇਸ਼ ਕਰੋ, ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਟਾਰ ਵਿਟਨੈਸ ਇਹਨਾਂ ਨੇ ਉਸ ਕੇਸ 'ਚ ਰੱਖੇ ਸੀ, ਉਹਦੇ ਤੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਿਕਿਉਰਿਟੀਆਂ ਲੈਣ ਲਈ ਗਵਾਹੀਆਂ ਦਿੰਦੇ ਨੇ। ਕਿੰਨੀ ਸ਼ਰਮਨਾਕ ਗੱਲ ਹੈ। ਇੱਕ ਐਕਸ MLA ਜਿਹਨੂੰ ਗਵਾਹ ਰੱਖ ਲਿਆ, ਉਹਦੇ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਿਕਿਉਰਿਟੀਆਂ ਲੈਣ ਲਈ ਇਹ ਗਵਾਹੀ ਦਿੰਦੇ ਨੇ। ਦੁਬਾਰਾ ਹਾਈ ਕੋਰਟ ਗਏ ਕਿ ਜੀ ਮੇਰੇ ਖਿਲਾਫ ਟਿੱਪਣੀਆਂ ਵਾਪਸ ਲੈ ਲਓ। ਕੋਰਟ ਨੇ ਫਿਰ ਇੰਡੋਰਸ ਕੀਤੀਆਂ ਕਿ ਰਿਕਾਰਡ ਦੇ ਮੁਤਾਬਕ ਟਿੱਪਣੀ ਕੀਤੀ ਹੈ, ਵਾਪਸ ਨਹੀਂ ਹੋਏਗੀ। ਠੀਕ ਹੈ, ਝੂਠੇ ਸੱਚੇ ਚਲਾਨ। ਸੋ ਬੜੇ ਸਪਸ਼ਟ ਤੌਰ ਤੇ ਅੱਜ ਮੈਂ ਇਹ ਗੱਲ ਕਹਿਣਾ, ਕੰਗ ਸਾਹਿਬ ਨੇ ਦੋ ਨਾਮ ਲਏ ਸੀ ਸੱਤਾ ਪਿੰਦੀ ਦੇ, ਜੇ ਮੈਂ ਗਲਤ ਨਹੀਂ ਤਾਂ ਜੋ ਮਜੀਠੀਆ ਸਾਹਿਬ ਦੇ ਖਿਲਾਫ FIR ਹੋਈ ਉਸ ਦੇ ਵਿੱਚ ਵੀ ਜ਼ਿਕਰ ਸੀ। ਮੈਂ ਕੰਗ ਸਾਹਿਬ ਨੂੰ ਇਹ ਕਹਿਦਾ ਕਿ ਕੰਗ ਸਾਹਿਬ ਦੀ ਸਰਕਾਰ ਨੇ, ਕੰਗ ਸਾਹਿਬ ਦੇ ਐਡਵੋਕੇਟ ਜਨਰਲ ਨੇ ਤੇ ਦਿੱਲੀੋਂ ਜਿਹੜੇ ਮਹਿੰਗੇ ਵਕੀਲ ਆਏ, ਉਹਨਾਂ ਨੇ, ਇਹਨਾਂ ਨੇ ਦੋ ਤਰੀਕਾ ਲਈਆਂ ਐਵੀਡੈਂਸ ਪੇਸ਼ ਕਰਨ ਦੇ ਲਈ। ਔਰ ਕੋਰਟ ਦੇ ਵਿੱਚ ਲਿਖਿਆ ਕਿ ਜੋ ਪੰਜਾਬ ਸਰਕਾਰ ਕਹਿ ਰਹੀ ਹੈ, ਜੋ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ, ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਲਿੰਕ, ਇੱਕ ਵੀ ਸਬੂਤ, ਇੱਕ ਵੀ ਦੋਸ਼ ਸਾਬਤ ਨਹੀਂ ਹੁੰਦਾ। ਸੋ ਇਹ ਤਾਂ ਹੁਣ ਗੱਲਾਂ ਨੇ ਜਿਹੜੀਆਂ ਮਰਜ਼ੀ ਵਧਾਈ ਜਾਣ। ਕੋਰਟ ਦਾ ਆਰਡਰ ਫਾਈਨਲ ਹੈ, ਉਹ ਦਿੱਤਾ ਹੋਇਆ ਕੋਰਟ। ਠੀਕ ਹੈ, ਖੜਿਆਲ ਸਾਹਿਬ ਬਹੁਤ ਛੋਟੇ ਕਮੈਂਟ ਰੱਖਿਓ ਸਰ। ਮੈਂ ਕਲੇਰ ਸਾਹਿਬ ਨੂੰ ਵਾਰ-ਵਾਰ ਰਿਕੁਐਸਟ ਕਰ ਰਿਹਾ ਹਾਂ ਕਿ ਇਹ ਸਮਝਣ, ਇਸ ਚੀਜ਼ ਨੂੰ ਜਾਣਨ ਕਿ ਆਰਡਰ ਦੇ ਵਿੱਚ ਜੋ ਲਿਖਿਆ ਹੈ, ਇਟ ਹੈਜ਼ ਨੋ ਬੇਅਰਿੰਗ ਔਨ ਦੀ ਮੈਰਿਟਸ ਆਫ ਦਾ ਕੇਸ, ਵੈਦਰ ਇਟ ਬੀ ਅਬਾਊਟ ਅ ਵਿਟਨੈਸ ਔਰ ਐਵੀਡੈਂਸ। ਇਨਵੈਸਟੀਗੇਸ਼ਨ ਹਜੇ ਇਨਕੰਪਲੀਟ ਹੈ। ਆਮ ਆਦਮੀ ਪਾਰਟੀ ਦੱਸੇ ਕਿਉਂ ਨਹੀਂ ਕੀਤੀ, ਤਾਂ ਕਿ ਪਤਾ ਲੱਗੇ ਵੀ ਹੈ ਕਿ ਉਹਨਾਂ ਦੇ ਖਿਲਾਫ ਕੀ ਹੈ। ਲਾਸਟ ਚੀਜ਼ ਇਹਨਾਂ ਨੇ ਗੱਲ ਕੀਤੀ, ਕਹਿੰਦੇ ਰਿਲੀਫ ਮਿਲਿਆ ਸੀਗਾ। ਮੈਂ 6 ਮਹੀਨਿਆਂ ਦੀ ਗੱਲ ਕਰ ਰਿਹਾ, ਜਿਹੜੇ 6 ਮਹੀਨੇ ਉਹਨਾਂ ਨੇ ਅੰਦਰ ਲਾਏ, ਉਹਦੇ ਦੌਰਾਨ ਅਟੈਂਪਟਸ ਨੂੰ ਅਸੀਂ ਮੇਕ ਸ਼ੋਰ ਕੀਤਾ ਸਕਸੈਸਫੁਲੀ ਰਿਬਟ ਕੀਤਾ ਜਾਵੇ ਤੇ ਨਹੀਂ ਰਿਲੀਫ ਲੈ ਸਕੇ। ਗੌਰਵ ਜੀ ਕਲਾਸ ਦੇਖੋ, ਖੜਿਆਲ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਤਾਂ ਹਲੇ ਕੇਸ ਚੱਲਦੇ ਨੇ, ਅਦਾਲਤਾਂ ਕੀ ਕਰਨਗੀਆਂ ਫੈਸਲਾ।
ਉਹ ਇਹਨਾਂ ਦਾ ਰਾਹੁਲ ਗਾਂਧੀ ਤਾਂ ਦੋਸ਼ੀ ਹੋ ਗਿਆ, ਕਨਵਿਕਟ ਹੋ ਗਿਆ, ਉਹ ਤਾਂ ਸਜ਼ਾ ਯਾਫਤਾ ਚਲੋ ਮੁਲਜ਼ਮ ਹੈ। ਹੋਰ ਉਹ ਗੱਲਾਂ ਨਾ ਕਰੋ, ਉਹ ਸਜ਼ਾ ਯਾਫਤਾ ਮੁਲਜ਼ਮ ਹੈ। ਫਾਈਨਲ ਰਿਐਕਸ਼ਨ ਤੁਹਾਡੀ ਪਾਰਟੀ ਉਹੀ ਕਹਿ ਰਹੇ ਕਿ ਹੋਰ ਪਾਸੇ ਨਾ ਨਿਕਲ ਜਾਵੇ, ਹੋਰ ਪਾਸੇ ਦਾ ਮਾਮਲਾ ਨਿਕਲ ਜਾਵੇ। ਝੂਠ ਬੋਲਦੇ ਹੋ, ਇਹ ਝੂਠ ਬੋਲਣ ਦੀ ਸਜ਼ਾ ਹੋਈ ਹੈ, ਝੂਠ ਬੋਲਣ ਦੀ ਸਜ਼ਾ ਯਾਫਤਾ ਹੈ ਉਹ ਸਜ਼ਾ ਚਲੋ ਯਾਫਤਾ। ਠੀਕ ਹੈ, ਥੋੜਾ ਜਿਹਾ ਵੇਟ ਕਰੋ ਕੰਗ ਜੀ। ਫਾਈਨਲ ਰਿਐਕਸ਼ਨ ਕੰਗ ਸਾਹਿਬ, ਫਾਈਨਲ ਰਿਐਕਸ਼ਨ ਕੰਗ ਜੀ। ਤੁਹਾਡੇ ਵਿਰੋਧੀ ਜਾਣਨਾ ਚਾਹੁੰਦੇ ਨੇ ਖਾਸ ਤੌਰ ਤੇ ਕਾਂਗਰਸ ਕਿ ਜਿਹੜੇ ਪਰਚੇ ਪਹਿਲਾਂ ਹੋਏ ਸੀ ਉਸ ਦੇ ਵਿੱਚ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਅੱਗੇ ਕਿਉਂ ਨਹੀਂ ਵਧੀ, ਇਹ ਕਾਂਗਰਸ ਦੇ ਇਲਜ਼ਾਮ ਨੇ। ਦੇਖੋ ਪਹਿਲੀ ਗੱਲ ਤੇ ਮੈਂ ਭਾਜਪਾ ਨੂੰ ਦੱਸਦਾ, ਭਾਜਪਾ ਤੇ ਉੱਠਦਿਆਂ ਬੈਠਦਿਆਂ ਪੰਜਾਬ ਦੇ ਬਰਬਾਦੀ ਦੇ ਸੁਪਨੇ ਦੇਖਦੀ ਆ। ਭਾਜਪਾ ਹਰ ਟਾਈਮ ਇਹ ਸੋਚਦੀ ਆ ਕਿ ਪੰਜਾਬ ਨੂੰ ਬਰਬਾਦ ਕਿਸ ਤਰ੍ਹਾਂ ਕਰਨਾ, ਸਾਰੇ ਪੰਜਾਬ ਨੂੰ ਪਤਾ ਹੈ, ਸਾਰੇ ਪੰਜਾਬ ਨੂੰ ਪਤਾ। ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ, ਕਦੀ ਸਾਡਾ GST ਰੋਕ ਲਿਆ, ਇਹ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਜਿਹੜੀ ਇਹਨਾਂ ਦੀ ਧਰਮ ਦੇ ਨਾਂ ਤੇ ਲੋਕਾਂ ਨੂੰ ਦੀ ਰਾਜਨੀਤੀ ਨੇ ਪੰਜਾਬ ਸਫਲ ਨਹੀਂ ਹੋਣੀ। ਦੂਜੀ ਗੱਲ ਮਾਨ ਸਾਹਿਬ ਦੀ ਸਰਕਾਰ ਦੀ ਇੰਟੈਂਸ਼ਨ ਇਹ ਆ, ਦੇਖੋ ਇਹ ਸਾਰੀਆਂ ਚੀਜ਼ਾਂ ਸਮਝੋ, ਰਿਪੋਰਟਾਂ ਵੀ ਬੜੇ ਸਾਲਾਂ ਦੀਆਂ ਪਈਆਂ ਸੀ, ਬੇਅਦਬੀ ਦੇ ਚਲਾਨ ਵੀ ਪੇਸ਼ ਹੋਣੇ ਸੀ, ਔਰ ਪਿਛਲੇ ਕਾਂਗਰਸ ਦੇ ਟਾਈਮ ਤੇ ਉਹ ਚੋਂ ਵੀ ਲੋਕ ਅਫਸਰ ਵੀ ਛੁੱਟਦੇ ਰਹੇ। ਮਾਨ ਸਾਹਿਬ ਦੀ ਸਰਕਾਰ ਦਾ ਮਕਸਦ ਇੱਕੋ ਹੀ ਆ ਕਿ ਜਿੰਨਾ ਮੁੱਦਿਆਂ ਤੇ ਪੰਜਾਬ 'ਚ ਸਰਕਾਰਾਂ ਬਣਾਈਆਂ ਤੇ ਡਿੱਗਦੀਆਂ ਤੇ ਬਚਾਈਆਂ ਗਈਆਂ ਤੇ ਪੰਜਾਬ ਨੂੰ ਬਰਬਾਦ ਕੀਤਾ ਗਿਆ, ਉਹ ਸਾਰੇ ਬੇਨਕਾਬ ਹੋਣੇ ਚਾਹੀਦੇ। ਠੀਕ ਹੈ ਸਰ, ਇੰਤਜ਼ਾਰ ਹੈ ਕਿ ਬੇਨਕਾਬ ਹੋ ਜਾਣ। ਕੋਈ ਨਹੀਂ ਕਹਿ ਸਕਦਾ ਮਾਨ ਸਾਹਿਬ ਦੀ ਨੀਅਤ ਤੇ ਕੋਈ ਸ਼ੱਕ ਨਹੀਂ ਹੈ, ਨਾ ਕੋਈ ਉਹਨਾਂ ਨੇ ਫੇਵਰ ਕਰਨਾ। ਜਿਹੜੇ ਲੋਕਾਂ ਨੇ ਇੰਟਰੋਡਿਊਸ ਕੀਤਾ ਸਿੰਥੈਟਿਕ ਡਰੱਗ, ਜਿਹੜੇ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਲੈ ਕੇ ਆਏ, ਇਹ 2000 ਤੋਂ ਪਹਿਲਾਂ ਤਾਂ ਸੀਗਾ ਹੀ ਨਹੀਂ। ਕੌਣ ਲੈ ਕੇ ਆਇਆ, ਕੌਣ ਰਿਹਾ ਪਿਛਲੇ 20 ਠੀਕ ਹੈ ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਹੈ, ਮੈਂ ਕੰਕਲੂਡ ਕਰਨਾ ਤੇ ਲੋਕ ਇਹੀ ਜਵਾਬ ਭਾਲਦੇ ਆ। ਠੀਕ ਹੈ ਖੜਿਆਲ ਸਾਹਿਬ, ਬਹੁਤ ਘੱਟ ਸੈਕਿੰਡ ਹੈ, 5 ਸੈਕਿੰਡ ਦੇ ਪਾਉਂਗਾ ਸਰ, ਇੱਕ ਦੋ ਲਾਈਨਾਂ ਪਲੀਜ਼। ਮੈਂ ਸਿਰਫ ਇੱਕੋ ਗੱਲ ਕਹੂੰਗਾ, ਇਹਨਾਂ ਨੇ ਜਵਾਬ ਕੋਈ ਨਹੀਂ ਦਿੱਤਾ ਵੀ ਹਜੇ ਤੱਕ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕਰ ਸਕੇ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ। ਤੇ ਕਲੇਰ ਸਾਹਿਬ ਨੇ ਜਿਹੜੀ ਗੱਲ ਕਹੀ ਵੀ ਰਾਹੁਲ ਜੀ ਨੂੰ ਕਨਵਿਕਸ਼ਨ ਹੋਈ ਹੈ, ਡੈਫਾਮੇਸ਼ਨ ਹੋਈ ਹੈ, ਕਨਵਿਕਸ਼ਨ ਹੋਣੀ, ਮੈਂ ਫੇਰ ਕਹੂੰਗਾ NDPS ਕੇਸ ਚ ਇਨਵੋਲਵ ਹੋਣ ਨਾਲੋਂ ਮੱਚ ਬੈਟਰ ਹੈ। ਤੇ ਇਹ ਝੂਠ ਬੋਲਣ ਦੀ, ਇਹ ਝੂਠ ਬੋਲਣ ਦੀ ਕਨਵਿਕਸ਼ਨ ਹੈ, ਜਿਹੜਾ ਝੂਠ ਬੋਲਦੇ ਹੋ ਤਾਂ ਹੀ ਕਨਵਿਕਟ ਹੋਇਆ ਨਾ, ਕਿਉਂਕਿ ਰਾਹੁਲ ਨੇ ਝੂਠ ਬੋਲਿਆ, ਕਨਵਿਕਸ਼ਨ ਹੋ ਗਈ। ਝੂਠ ਨਹੀਂ ਹੁੰਦਾ, ਕਾਂਗਰਸ ਦੀ ਆਦਤ ਹੈ ਝੂਠ ਬੋਲਣ ਦੀ। ਡੈਫਾਮੇਸ਼ਨ ਪੜੋ, ਝੂਠ ਨਹੀਂ ਹੁੰਦਾ ਡੈਫਾਮੇਸ਼ਨ। ਚਲੋ ਠੀਕ ਹੈ, ਮੈਂ ਵਿਚਾਲੇ ਰੋਕ ਰਿਹਾ ਸਰ, ਠੀਕ ਹੈ ਚਲੋ ਮੈਂ ਵਿਚਾਲੇ ਰੋਕ ਰਿਹਾ, ਕੰਕਲੂਡ ਕਰਨਾ ਹੋਏਗਾ। ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ। ਚੰਨੀ ਜੀ ਮੈਂ ਜ਼ਿਆਦਾ ਸਮਾਜ ਨਹੀਂ ਦੇ ਪਾਇਆ, ਉਸ ਲਈ ਮਾਫੀ ਚਾਹੂੰਗਾ। ਸਾਰੇ ਮਹਿਮਾਨਾਂ ਦਾ ਧੰਨਵਾਦ ਇਸ ਚਰਚਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਖੈਰ ਮੁੱਦਾ ਤਾਂ ਗੰਭੀਰ ਹੈ ਕਿਉਂਕਿ ਡਰੱਗਸ ਦੇ ਨਾਲ ਜੁੜਿਆ ਹੋਇਆ ਹੈ, ਪਰ ਸਵਾਲ ਇਹੀ ਹੈ ਜੋ ਸ਼ੁਰੂਆਤ ਦੇ ਵਿੱਚ ਅਸੀਂ ਚੁੱਕ ਰਹੇ ਸੀ ਕਿ ਜਿਹੜੇ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਘੜੀ, ਕਿ ਉਹਨਾਂ ਦਾ ਨਾਮ ਸਾਹਮਣੇ ਆਏਗਾ, ਜੇ ਆਏਗਾ ਤਾਂ ਕਦੋਂ? ਤੇ ਦੂਜਾ ਸਵਾਲ ਇਹ ਵੀ ਹੈ ਕਿ ਜੇਕਰ ਕਿਸੇ ਦਾ ਨਾਮ ਰਿਪੋਰਟ ਦੇ ਵਿੱਚ ਨਹੀਂ ਹੋਇਆ ਤਾਂ ਕੀ ਉਸ ਨੂੰ ਉਸ ਦੇ ਲਈ ਕਲੀਨ ਚਿਟ ਸਮਝੀ ਜਾਵੇ? ਜੇਕਰ ਹਾਂ ਤਾਂ ਕਿਉਂ, ਜੇਕਰ ਨਹੀਂ ਤਾਂ ਵੀ ਕਿਉਂ? ਖੈਰ ਉਮੀਦ ਕਰਦੇ ਹਾਂ ਕਿ ਨਸ਼ੇ ਦਾ ਕਾਲਾ ਕਾਰੋਬਾਰ ਜਾਂ ਨੈਕਸਸ ਚਲਾਉਣ ਵਾਲੇ ਜਲਦੀ ਬੇਪਰਦਾ ਹੋ ਜਾਣਗੇ। ਪ੍ਰਾਈਮ ਟਾਈਮ ਅੱਜ ਦੇ ਲਈ